ਤੁਹਾਡੇ ਬਰਾਬਰ ਆ ਕੇ ਵੈਟਰਨ ਕਾਂਗਰਸੀ ਖੜ ਗਏ। ਜੱਸੀ ਸਾਹਿਬ ਦਾ ਨਾਂ ਹੈ, ਨਾਲੇ ਕਿਹਾ ਜਾਂਦਾ ਕਿ ਉਹਨਾਂ ਕੋਲ ਇੱਕ ਲੀਵਰੇਜ ਵੀ ਹੈ ਕਿ ਉਹ ਰਾਮ ਰਹੀਮ ਦੇ ਰਿਸ਼ਤੇਦਾਰ ਹੈ, ਇਸ ਕਰਕੇ ਉਹਨਾਂ ਨੂੰ ਪਾਰਟੀ ਤਰਜੀਹ ਦੇ ਦਿੰਦੀ ਹੈ। ਜੱਸੀ ਸਾਹਿਬ ਸਾਡੇ ਬੜੇ ਸਤਿਕਾਰਯੋਗ ਲੀਡਰ ਨੇ, ਮੇਰੇ ਸੀਨੀਅਰ ਹੈ। ਫਿਰ ਉਦੋਂ ਰੈਲੀ ਵਾਲੇ ਦਿਨ ਸਤਿਕਾਰ ਕਿੱਥੇ ਸੀਗਾ? ਕਹਿੰਦੇ ਟੱਕਰਾ ਹੋ ਗਿਆ ਉਸ ਦਿਨ, ਜੱਸੀ ਸਾਹਿਬ ਤੇ ਖੁਸ਼ਬਾਜ਼ ਜਟਾਣਾ ਆਪਸ 'ਚ ਭਿੜ ਗਏ। ਕਈ ਵਾਰ ਐਂਟਰੀ ਤੇ ਛੋਟੀਆਂ ਮੋਟੀਆਂ ਵਰਕਰਸ ਦੀਆਂ ਆਪਸ 'ਚ ਕਿਸੇ ਲੀਡਰ ਨਾਲ ਹੋ ਜਾਂਦੀ ਹੈ, ਕੋਈ ਐਸੀ ਤੁਸੀਂ ਦੋਹੇ ਲੀਡਰ ਆਮੋ ਸਾਹਮਣੇ ਹੋਏ ਹੋ ਉਸ ਦਿਨ। ਵਰਕਰ ਕਿੱਥੇ ਸੀਗੇ? ਤੁਸੀਂ ਤਾਂ ਆਪ ਖੜੇ ਸੀ ਉਸ ਦਿਨ। ਕੀ ਤੁਸੀਂ ਚਾਹੁੰਦੇ ਨਹੀਂ ਸੀ ਉਸ ਦਿਨ ਉੱਥੇ ਆਉਣ? ਲਿਖਿਆ ਗਿਆ ਥੱਲੇ ਕਮੈਂਟਾਂ 'ਚ ਲਿਖਿਆ ਕਿ ਭਜਾਤੇ, ਅਸੀਂ ਭਜਾਇਆ ਉੱਥੋਂ, ਇਹੋ ਜਿਹੇ ਸ਼ਬਦ ਵਰਤੇ ਗਏ। ਉਹ ਜੀ ਤੁਹਾਡੇ ਸਮਰਥਕ ਲਿਖ ਰਹੇ ਸੀਗੇ ਕਿ ਜਟਾਣੇ ਨੇ ਜੱਸੀ ਭਜਾਇਆ, ਹੁਣ ਖੜ ਕੇ ਦਿਖਾਓ। ਤੁਹਾਨੂੰ ਲੱਗਦਾ ਬੀਜੇਪੀ ਇੱਥੇ ਆਪਣਾ ਪੋਜੀਸ਼ਨ ਬਣਾਊਗੀ ਤੁਹਾਡੇ ਹਲਕੇ ਦੇ ਵਿੱਚ? ਮੇਰੇ ਦਾ ਵੋਟ ਬੈਂਕ ਉਹ ਲੈ ਜਾਊਗੀ। ਪੰਜਾਬ 'ਚ ਤਾਂ ਹੋਣਾ ਹੀ ਕੀ ਆ, ਮੇਰੇ ਹਲਕੇ 'ਚ ਤਾਂ ਬਿਲਕੁਲ ਹੀ ਕੁਝ ਵੀ ਨਹੀਂ ਹੈ ਇਹਨਾਂ ਦਾ। ਅੱਜ ਇਹ 1000 ਵੋਟ ਦੇ ਵੀ ਮਾਲਕ ਹੈ ਨਹੀਂ। ਸ਼ੁਰੂਆਤ ਤਾਂ ਫਿਰ ਕਿਸਾਨਾਂ ਨੇ ਵੀ ਨਹੀਂ ਕੀਤੀ ਅਜੇ ਤਾਂ ਉਹਨਾਂ ਨੇ ਵੀ ਨੋਮੀਨੇਸ਼ਨਸ ਦੇਣੀਆਂ, ਬੰਦੇ ਦੇਣੇ ਨੇ, ਅਜੇ ਕਾਡਰ ਬਣਨਾ ਹੈ ਪੂਰਾ। ਕਿ ਉਹਨਾਂ ਨੂੰ ਵੀ ਲਾਈਟ ਲੈ ਰਹੇ ਹੋ ਤੁਸੀਂ ਜਿਵੇਂ ਬੀਜੇਪੀ ਨੂੰ ਲੈ ਰਹੇ ਹੋ? ਰਾਜੇਵਾਲ ਸਾਹਿਬ ਇਹਨਾਂ ਦੀ ਤਾਂ ਕੋਈ ਜ਼ਿਆਦਾ ਪ੍ਰੈਜ਼ੈਂਸ ਹੀ ਹੈ ਨਹੀਂ ਮਾਲਵੇ 'ਚ, ਸਪੈਸ਼ਲੀ ਸਾਡੇ ਜ਼ਿਲ੍ਹਿਆਂ 'ਚ। ਸੋ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਬਹੁਤ ਜ਼ਿਆਦਾ ਕੋਈ ਅਸਰ ਜਾਂ ਨੁਕਸਾਨ ਹੋਊਗਾ। ਤੁਹਾਡੇ ਤਾਂ ਸੀਐਮ ਸਾਹਿਬ ਦਾ ਮਜ਼ਾਕ ਉੱਡਦਾ ਹੈ ਕਿ ਐਲਾਨ ਜੀਤ ਨੇ, ਲੋਕ ਇਸ ਤਰ੍ਹਾਂ ਕਹਦੇ ਕਿ ਇਕੱਲੇ ਐਲਾਨ ਹੋਏ, ਹੋਰ ਹੋਇਆ ਹੀ ਕੁਝ ਨਹੀਂਗਾ। ਹੱਥ ਖੜਾ ਕਰਕੇ 10 ਬੰਦਿਆਂ ਨੂੰ ਪੁੱਛ ਲਿਓ ਵੀ ਤੁਸੀਂ ਚਰਨਜੀਤ ਸਿੰਘ ਚੰਨੀ ਨਾਲੋਂ ਬੱਚਾ ਹੱਥ ਖੜ ਕੇ ਕਰੇਗਾ ਕਿ ਬਾ ਕਮਾਲ ਕੰਮ ਕੀਤੇ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ। ਕੱਲ ਲੋਕ ਕਹਿ ਰਹੇ ਅਸੀਂ ਤੁਹਾਡੇ ਹਲਕੇ ਦੇ ਵਿੱਚ, ਉਹ ਕਹਿੰਦੇ ਸਾਡੇ ਬਿਜਲੀ ਦੇ ਬਿੱਲ ਨਹੀਂ ਮਾਫ ਹੋਏ। ਤੁਹਾਡੇ ਲੀਡਰ ਅੱਜ ਕੱਲ ਕਹਿੰਦੇ ਕਿ ਸਰਕਾਰ ਤਾਂ ਚਲਾਉਂਦੀ ਰੂਸਾ ਆਲਮ ਰਹੀ ਹੈ। ਕਹਿੰਦੇ ਤਬਾਦਲੇ ਹੁੰਦੇ ਰਹੇ ਐ, ਐਸਐਸਪੀ ਤੱਕ ਰੂਸਾ ਆਲਮ ਫਿਕਸ ਕਰਦੀ ਰਹੀ ਹੈ ਕੌਣ ਬਦਲਣਾ ਹੈ, ਕਿਹਨੂੰ ਬਦਲਣਾ ਹੈ, ਕਿੱਥੇ ਲਾਉਣਾ ਹੈ। ਮੈਂ ਜ਼ਿੰਦਗੀ 'ਚ ਕਦੇ ਵੀ, ਮੈਨੂੰ ਟਿਕਟ ਕਦੇ ਮਿਲੇ ਨਾ ਮਿਲੇ, ਮੈਂ ਕਾਂਗਰਸ ਪਾਰਟੀ ਕਦੇ ਨਹੀਂ ਛੱਡੂੰਗਾ। ਇਹ ਮੇਰਾ ਰਿਕਾਰਡ ਕਰਕੇ ਰੱਖ ਲਓ ਸਟੇਟਮੈਂਟ। ਤੇ ਜਟਾਣਾ ਉਹਨਾਂ ਚੋਂ ਨਹੀਂ ਜਿਹੜਾ ਆਪਦੇ ਕਈ ਲਫ਼ਜ਼ਾਂ ਤੋਂ ਫਿਰ ਜੇ। ਕੀ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਬਦਲ ਗਏ, ਉਹ ਮੌਕਾ ਪ੍ਰਸਤ ਸੀਗੇ? ਸਾਹਿਬ ਇਹ ਤਾਂ ਨਹੀਂ ਮੈਨੂੰ ਪਤਾ। ਜੋਤ ਸਿੱਧੂ ਵੀ ਬੀਜੇਪੀ ਛੱਡ ਕੇ ਆਏ ਸੀ ਤੁਹਾਡੇ ਪ੍ਰੈਜ਼ੀਡੈਂਟ ਨੇ ਹੁਣ। ਬਿਲਕੁਲ ਸਾਹਿਬ, ਮੌਕਾ ਪ੍ਰਸਤੀ ਸੀ ਉਹ। ਇਨਸਾਫ ਨਹੀਂ ਮਿਲਿਆ, ਲੋਕ ਕਹਿੰਦੇ 5 ਸਾਲ ਆ ਵੀ ਲੰਘ ਗਏ, ਬੇਅਦਬੀ ਦਾ ਇਨਸਾਫ ਕਿੱਥੇ ਹੈ? ਕੌਣ ਨੇ ਸਹੀ ਦੋਸ਼ੀ ਤੁਹਾਡੇ ਮੁਤਾਬਕ, ਕੌਣ ਨੇ? ਸਾਹਿਬ ਮੇਰੇ ਹਿਸਾਬ ਨਾਲ ਤੇ ਸਾਰਾ ਛੜਯੰਤਰ ਕੀਤਾ ਹੀ ਅਕਾਲੀ ਦਲ ਨੇ ਸੀ। ਸੁਖਬੀਰ ਬਾਦਲ ਨੇ, ਮਜੀਠੀਆ ਸਾਹਿਬ ਨੇ, ਇਹ ਸਾਰਾ ਬਣਾਇਆ ਹੋਇਆ ਇਹਨਾਂ ਦਾ ਸੀਗਾ। ਉਹ ਤਾਂ ਕਹਿੰਦੇ ਆ ਕਿ ਜਿਹਨੇ ਬੇਅਦਬੀ ਕਰਾਈ ਉਹਦਾ ਕੱਖ ਨਾ ਰਹੇ। ਫਿਰ ਰਿਹਾ ਨਹੀਂ, ਉਹਨਾਂ ਦਾ ਆਪਦਾ ਹੀ ਨਹੀਂ ਰਿਹਾ। ਤੁਹਾਡੇ ਹਲਕੇ 'ਚ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ? ਬੀਬੀ ਬਲਜਿੰਦਰ ਕੌਰ ਨੂੰ ਕੈਂਡੀਡੇਟ ਸਟਰੋਂਗ ਮੰਨਦੇ ਹੋ, ਜੀਤਵਿੰਦਰ ਸਿੱਧੂ ਨੂੰ ਸਟਰੋਂਗ ਮੰਨਦੇ ਹੋ? ਮੈਂ ਤਾਂ ਜੀ ਦੋਨਾਂ ਨੂੰ ਨਹੀਂ ਮੰਨਦਾ। ਹਾਲਾਤ ਇਹਦੇ ਇੰਨੇ ਇਸ ਟਾਈਮ ਇਹਦੇ ਖਿਲਾਫ ਨੇ ਜੀਤਵਿੰਦਰ ਦੇ ਕਿ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਹੋਇਆ ਪਿੰਡਾਂ ਜਾਂਦਾ ਸੀ, ਲੋਕ ਮਗਰ ਪੈ ਜਾਂਦੇ ਸੀ। ਇਹ ਸਮਾਜ ਸੇਵੀ ਦੀਆਂ ਗੱਲਾਂ ਕਰਦਾ। ਇਹਨੇ ਲਾਸ਼ਾਂ ਦੇ ਸੌਦੇ ਕੀਤੇ ਕਰੋਨਾ 'ਚ ਆਦੇਸ਼ ਹਸਪਤਾਲ। ਪਹਿਲਾ ਸਟੇਟ ਲੀਡਰ ਹੋਣਾ ਇੱਕ ਸਿੰਪਲ ਐਮਐਲਏ ਜਿਹੜਾ ਸੀਬੀਆਈ ਦੇ ਠੱਗੀ ਦੇ ਧੋਖਾਧੜੀ ਦੇ 420 ਦੇ ਪਰਚੇ 'ਚ ਨਾਮਜ਼ਦ ਹੈ। ਰਿਫਾਈਨਰੀ ਦਾ ਬਹੁਤ ਰੌਲਾ ਹੈ, ਕਹਿੰਦੇ ਗੁੰਡਾ ਟੈਕਸ ਲਿਆ ਜਾਂਦਾ ਹੈ। ਇੱਕ ਬਠਿੰਡੇ ਦੇ ਵੱਡੇ ਕਾਂਗਰਸੀ ਲੀਡਰ ਦਾ ਨਾਮ ਆਉਂਦਾ ਹੈ। ਇਹਦਾ ਭਰਾ ਹੈ ਜਿਹੜਾ ਸਕਾ, ਉਹਨੇ ਦਫ਼ਤਰ ਬਣਾਇਆ ਹੋਇਆ ਬਲਜਿੰਦਰ ਕੌਰ ਦਾ, ਸਾਰਾ ਹਲਕਾ ਜਾਣਦਾ। ਕੱਲੇ ਟਰੱਕ ਨਾਲ ਕਮਿਸ਼ਨ ਕੀਤੇ ਹੋਏ ਆ, ਅੰਦਰ ਸੈਟਿੰਗ ਕੀਤੀ ਅਫਸਰਾਂ ਨਾਲ, ਟਰੱਕ ਪਵਾ ਦਿੰਦੇ, ਉਹ 'ਚ ਵਿੱਚੋਂ ਕਮਿਸ਼ਨ ਲੈ ਲੈਂਦੇ ਆ। ਔਰ ਜਿਹਦਾ ਐਮਐਲਏ ਦਾ ਬਾਪ ਪੁਲਿਸ ਵਾਲਿਆਂ ਦੇ ਨਾਂ ਤੇ ਪੈਸੇ ਲੈਂਦਾ ਹੋਵੇ ਤੇ ਤੁਸੀਂ ਆਪ ਹਿਸਾਬ ਲਾ ਲਓ ਜੀ ਕਿਸ ਕਿਰਦਾਰ ਦੇ ਮਾਲਕ ਹੈ। ਕਾਂਗਰਸ ਪਾਰਟੀ ਨੇ ਹਾਲੇ ਟਿਕਟਾਂ ਦੀ ਵੰਡ ਨਹੀਂ ਕੀਤੀ। ਬਹੁਤ ਸਾਰੀਆਂ ਐਸੀਆਂ ਸੀਟਾਂ ਨੇ ਜਿੱਥੋਂ ਐਗਜ਼ਿਸਟਿੰਗ ਜਿਹੜੇ ਲੜੇ, ਚਾਹੇ ਉਹ ਜਿੱਤੇ ਚਾਹੇ ਹਾਰੇ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ। ਚਰਚਾਵਾਂ ਨੇ। ਤਲਵੰਡੀ ਸਾਬੋ ਬੜਾ ਚਰਚਿਤ ਹਲਕਾ ਹੈ। ਬਲਜਿੰਦਰ ਕੌਰ ਐਮਐਲਏ ਨੇ ਔਰ ਕਾਂਗਰਸ ਤੋਂ ਖੁਸ਼ਬਾਜ਼ ਸਿੰਘ ਜਟਾਣਾ ਪਿਛਲੀ ਵਾਰ ਲੜੇ ਸੀਗੇ। ਕਿਹਾ ਜਾਂਦਾ ਹੈ ਰਾਹੁਲ ਗਾਂਧੀ ਨੇ ਟਿਕਟ ਦਿੱਤੀ ਸੀ। ਅੱਜ ਉਹ ਸਾਰੀਆਂ ਗੱਲਾਂ ਕਰਾਂਗੇ। ਇਸ ਵਾਰ ਟਿਕਟ ਦੀ ਦਾਅਵੇਦਾਰੀ ਫਿਰ ਪੇਸ਼ ਕਰ ਰਿਹਾ ਖੁਸ਼ਬਾਜ਼ ਜਟਾਣਾ ਸਾਡੇ ਨਾਲ ਨੇ। ਬਹੁਤ ਸਵਾਗਤ ਹੈ ਔਨ 에ਅਰ ਤੇ ਬਾਈ ਜੀ। ਸਤਿ ਸ਼੍ਰੀ ਅਕਾਲ ਸਿਮਰਨ ਜੀ।
ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਅੱਜ ਔਨ 에ਅਰ ਤੇ ਲਾਈਵ ਲਿਆ, ਔਰ ਸਾਰੇ ਸਰੋਤਿਆਂ ਨੂੰ, ਔਨ 에ਅਰ ਦਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਿਛਲੀ ਵਾਰ ਕਹਿੰਦੇ ਸੀਗੇ ਕਿ ਰਾਹੁਲ ਗਾਂਧੀ ਦੇ ਬੜੇ ਕਲੋਜ਼ ਨੇ ਖੁਸ਼ਬਾਜ਼ ਜਟਾਣਾ, ਸਿੱਧੀ ਟਿਕਟ ਉੱਥੋਂ ਲੈ ਕੇ ਆਏ ਹੈ। ਸਿਮਰਨ ਜੀ, ਇਹ ਬਿਲਕੁਲ ਗੱਲ ਠੀਕ ਹੈ, ਪਰ ਮੈਂ ਕਲੋਜ਼ ਨਹੀਂ, ਮੇਰੇ ਬੌਸ ਹੈ, ਮੈਂ ਬੜਾ ਸਤਿਕਾਰ ਕਰਦਾ ਔਰ ਮੈਂ ਸਟੌਂਚ ਸਪੋਰਟਰ ਵੀ ਹਾਂ, ਲੋਇਲਿਸਟ ਵੀ ਹਾਂ ਰਾਹੁਲ ਜੀ ਦਾ। ਅੱਜ ਮੈਂ ਜੋ ਵੀ ਹਾਂ, ਇਟ ਇਜ਼ ਓਨਲੀ ਬਿਕੋਜ਼ ਆਫ ਰਾਹੁਲ ਗਾਂਧੀ। ਔਰ ਬਿਲਕੁਲ ਜਦੋਂ ਸਟੂਡੈਂਟ ਪੋਲੀਟਿਕਸ ਸੀਗੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੀਗਾ, ਮੈਂ ਸੋਪੂ ਦੇ ਲੀਡਰ ਸੀ, ਪ੍ਰਧਾਨ ਰਿਹਾ ਸੋਪੂ ਦਾ, ਅਤੇ ਉੱਥੋਂ ਹੀ ਰਾਹੁਲ ਜੀ ਨਾਲ ਮੁਲਾਕਾਤ ਹੋਣੀ ਸ਼ੁਰੂ ਹੋਈ। ਅਸ਼ੋਕ ਤੰਵਰ ਜੀ ਉਦੋਂ IYC ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਔਰ ਰਵਨੀਤ ਬਿੱਟੂ ਜੀ ਉਦੋਂ ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ। ਇਹਨਾਂ ਦੇ ਨਾਲ ਫਿਰ ਰਾਹੁਲ ਜੀ ਨਾਲ ਮੁਲਾਕਾਤ ਹੋਈ ਕਿ ਯੂਨੀਵਰਸਿਟੀ ਦਾ ਮੁੰਡਾ ਇਸ ਤਰ੍ਹਾਂ ਪ੍ਰਧਾਨ ਹੈ। ਔਰ ਮੇਰੇ ਤਾਂ ਦੇਖੋ ਕੋਈ ਪਰਿਵਾਰ 'ਚੋਂ ਪਹਿਲਾਂ ਕੋਈ ਪੋਲੀਟਿਕਸ 'ਚ ਹੈ ਵੀ ਨਹੀਂ, ਔਰ ਮੇਰੇ ਫਾਦਰ ਤਾਂ ਗਵਰਨਮੈਂਟ ਜੌਬ 'ਤੇ ਸੀ, PCS ਅਫਸਰ ਸੀਗੇ। ਔਰ ਪਰ ਬੀਇੰਗ ਅ ਸਟੂਡੈਂਟ ਲੀਡਰ ਜਦੋਂ ਰਾਹੁਲ ਜੀ ਨਾਲ ਮੁਲਾਕਾਤ ਹੋਈ ਤੇ ਬਸ ਉਸ ਤੋਂ ਬਾਅਦ ਉਹਨਾਂ ਦੇ ਬਣ ਕੇ ਰਹਿ ਗਏ, ਤੇ ਅੱਜ ਵੀ ਉਹਨਾਂ ਦੀ। ਜਿੱਤ ਤਾਂ ਝੋਲੀ ਨਹੀਂ ਪਾ ਸਕੇ ਤੁਸੀਂ। ਬਿਲਕੁਲ ਠੀਕ ਹੈ, ਇਸ ਗੱਲ ਦਾ ਸਿਮਰਨ ਜੀ ਮੈਨੂੰ ਪਿਛਲੇ 5 ਸਾਲਾਂ ਤੋਂ ਮਲਾਲ ਵੀ ਹੈ, ਔਰ ਮੇਰਾ ਦਿਲ ਜਾਣਦਾ ਕਿ ਮੇਰੇ ਤੇ ਰਾਹੁਲ ਜੀ ਨੇ, ਮੇਰੇ ਲੀਡਰ ਨੇ ਇੰਨਾ ਮਾਣ ਕੀਤਾ ਔਰ ਮੈਨੂੰ ਇੰਨੀ ਛੋਟੀ ਉਮਰ 'ਚ ਟਿਕਟ ਦਿੱਤੀ, ਪਰ ਮੈਂ ਉਹਨਾਂ ਨੂੰ 2017 ਜਿੱਤ ਨਹੀਂ ਦੇ ਸਕਿਆ। ਇਸੇ ਕਰਕੇ ਮੈਂ ਪਿਛਲੇ 5 ਸਾਲਾਂ ਤੋਂ ਸਿਮਰਨ ਜੀ ਮੈਂ ਹਲਕੇ 'ਚ ਲਗਾਤਾਰ ਵਿਚਰ ਵੀ ਰਿਹਾ, ਔਰ ਹਾਰਨ ਦੇ ਬਾਵਜੂਦ ਵੀ ਮਿਹਨਤ ਕੀਤੀ ਹੈ, ਲੋਕਾਂ ਦੇ ਕੰਮ ਕਰਵਾਏ ਹੈ, ਡਿਵੈਲਪਮੈਂਟ ਕਰਵਾਈ ਹੈ ਹਲਕੇ ਦੀ, ਔਰ ਜਿਹਦਾ ਲੋਕ ਵੀ ਮੰਨਦੇ ਆ। ਔਰ ਇਸ ਵਾਰ ਮੈਂ ਇੱਕ ਗੱਲ 5 ਸਾਲ ਪਹਿਲਾਂ ਸੋਚੀ ਸੀ ਸਿਮਰਨ ਜੀ, ਕਿ ਮੈਂ ਪਿਛਲੀ ਵਾਰੀ ਟਿਕਟ ਮੰਗਣ ਗਿਆ ਸੀ, ਔਰ ਇਹ 5 ਸਾਲ ਇੰਨੀ ਮਿਹਨਤ ਕਰਨੀ ਹੈ ਕਿ ਟਿਕਟ ਨਹੀਂ ਮੰਗਣ ਜਾਣਾ, ਜਾਂ ਤਾਂ ਮੇਰਾ ਹੱਕ ਬਣੇ ਔਰ ਪਾਰਟੀ ਆਪ ਦੇਵੇ। ਹੈ ਇਸ ਵਾਰੀ ਹੱਕ ਸਮਝਦੇ ਹੋ? ਮੈਂ 100% ਸਰ, ਦੇਖੋ ਵੈਸੇ ਤਾਂ ਹਾਈ ਕਮਾਂਡ ਜਾਣਦੀ ਹੈ, ਕਿਉਂਕਿ ਸਰਵੇਜ਼ ਪਾਰਟੀ ਵੱਲੋਂ ਰੈਗੂਲਰ ਕਰਵਾਏ ਜਾ ਰਹੇ ਹੈ, ਹਰ ਇੱਕ ਕੌਂਸਟੀਟੂਐਂਸੀ 'ਤੇ ਕਰਵਾਏ ਜਾ ਰਹੇ ਹੈ, ਪਰ ਮੈਨੂੰ ਪੂਰਾ ਇਸ ਗੱਲ ਦਾ ਮਾਣ ਹੈ ਕਿ ਮੈਂ ਮਿਹਨਤ ਕੀਤੀ ਹੈ, ਔਰ ਇਸ ਗੱਲ ਦਾ ਹਾਈ ਕਮਾਂਡ ਮੇਰਾ ਜ਼ਰੂਰ ਇਸ ਗੱਲ ਦਾ। ਤੁਹਾਡੇ ਬਰਾਬਰ ਆ ਕੇ ਵੈਟਰਨ ਕਾਂਗਰਸੀ ਖੜ ਗਏ, ਜੱਸੀ ਸਾਹਿਬ ਦਾ ਨਾਂ ਹੈ, ਉਹ ਨਾਲੇ ਕਿਹਾ ਜਾਂਦਾ ਕਿ ਉਹਨਾਂ ਕੋਲ ਇੱਕ ਲੀਵਰੇਜ ਵੀ ਹੈ ਕਿ ਉਹ ਰਾਮ ਰਹੀਮ ਦੇ ਰਿਸ਼ਤੇਦਾਰ ਹੈ, ਇਸ ਕਰਕੇ ਉਹਨਾਂ ਨੂੰ ਪਾਰਟੀ ਤਰਜੀਹ ਦੇ ਦਿੰਦੀ ਹੈ। ਸਿਮਰਨ ਜੀ, ਜੱਸੀ ਸਾਹਿਬ ਸਾਡੇ ਬੜੇ ਸਤਿਕਾਰਯੋਗ ਲੀਡਰ ਨੇ, ਮੇਰੇ ਸੀਨੀਅਰ ਹੈ, ਔਰ ਇਹ ਵੀ ਸੱਚ ਹੈ, ਬਿਲਕੁਲ ਠੀਕ ਹੈ ਕਿ MLA ਰਹੇ ਹੈ ਹਲਕਾ ਤਲਵੰਡੀ ਸਾਬੋ ਤੋਂ, ਔਰ ਇੱਕ ਵਾਰ ਨਹੀਂ 2 ਵਾਰ ਰਹੇ ਹੈ। ਪਹਿਲਾਂ 1992 'ਚ ਜਦੋਂ ਅਕਾਲੀ ਦਲ ਬਾਈਕਾਟ ਕਰ ਗਿਆ ਸੀਗਾ, ਅਤੇ ਉਦੋਂ ਕੁਛ ਕੁ ਵੋਟਾਂ ਹੀ ਪਈਆਂ ਸੀ 500-400, ਅਤੇ ਉਹਨਾਂ ਨਾਲ MLA ਬਣ ਗਏ ਸੀ। ਅਤੇ ਉਹ ਤੋਂ ਬਾਅਦ 1997 'ਚ ਬੜੀ ਅਕਾਲੀ ਦਲ ਦੀ ਵੇਵ ਸੀਗੀ, ਉਹਦੇ ਜਿੱਤੇ, ਔਰ ਬੜੀ ਵਧੀਆ ਵੋਟ ਨਾਲ ਜਿੱਤੇ। ਕਾਂਗਰਸ ਨੂੰ ਥੋੜ੍ਹੀਆਂ ਜਿਹੀਆਂ ਸੀਟਾਂ ਆਈਆਂ ਸੀ, ਉਹ 'ਚੋਂ ਜੱਸੀ ਸਾਹਿਬ ਸੀਗੇ। ਪਰ 2002 'ਚ ਜਦੋਂ ਇਹਨਾਂ ਨੂੰ ਟਿਕਟ ਮਿਲੀ, ਇਹ ਇਲੈਕਸ਼ਨ ਤਲਵੰਡੀ ਸਾਬੋ ਤੋਂ ਹਾਰ ਗਏ ਸੀ। ਹਾਰਨ ਤੋਂ ਬਾਅਦ ਜੱਸੀ ਸਾਹਿਬ ਸਿੰਸ 2002 ਤੋਂ ਬਾਅਦ ਹਲਕੇ 'ਚ ਬਿਲਕੁਲ ਐਬਸੈਂਟ ਨੇ। ਹਲਕਾ ਵੀ ਬਦਲ ਗਏ ਸੀ, ਕਿਉਂਕਿ 2002 ਤੋਂ ਬਾਅਦ 2007 'ਚ ਬਠਿੰਡੇ ਸ਼ਹਿਰ 'ਚ ਆ ਗਏ, ਇੱਥੋਂ ਦੀ ਵਿਧਾਨ ਸਭਾ ਦੀ ਇਲੈਕਸ਼ਨ ਲੜੀ, ਔਰ ਇੱਥੋਂ MLA ਬਣ ਗਏ। ਅਤੇ ਉਸ ਤੋਂ ਬਾਅਦ ਇਹਨਾਂ ਨੇ 2007 'ਚ MLA ਬਣੇ ਲਾਸਟ ਟਾਈਮ। ਉਸ ਤੋਂ ਬਾਅਦ ਬਸ ਫਿਰ ਇਹ ਲਗਾਤਾਰ 2014 'ਚ ਫਿਰ ਬਾਈ ਇਲੈਕਸ਼ਨ ਲੜੀ ਤਲਵੰਡੀ ਤੋਂ ਵਾਪਸ ਜਾ ਕੇ, ਉਹ ਵੀ ਹਾਰੇ। ਉਸ ਤੋਂ ਬਾਅਦ 2012 ਵਾਲੀ ਚੋਣ ਲੜੀ, ਉਹ ਵੀ ਹਾਰੇ। 2017 ਵਾਲੀ ਚੋਣ ਲੜੀ, ਉਹ ਵੀ ਹਾਰੇ, ਰਿਕਾਰਡ ਤੋੜ ਮਾਰਜਨ ਨਾਲ। 44 ਹਜ਼ਾਰ ਦਾ ਮਾਰਜਨ ਸੀਗਾ ਇਹਨਾਂ ਦਾ। ਔਰ ਪਰ ਬਿਲਕੁਲ ਸਾਡੇ ਸੀਨੀਅਰ ਲੀਡਰ ਨੇ, ਪਰ ਜਿੱਥੋਂ ਤੱਕ ਤਲਵੰਡੀ ਸਾਬੋ ਹਲਕੇ ਦੀ ਗੱਲ ਹੈ, 2002 ਤੋਂ ਬਾਅਦ ਜੱਸੀ ਸਾਹਿਬ ਹਲਕੇ ਤੋਂ ਬਿਲਕੁਲ ਐਬਸੈਂਟ ਨੇ, ਬਿਲਕੁਲ ਇੱਕ ਦਿਨ ਵੀ ਨਹੀਂ ਆਏ। ਸਤਿਕਾਰ ਹੈਗਾ ਤੁਹਾਡੇ ਮਨ 'ਚ? ਹੈਗਾ ਜੀ 100%। ਫਿਰ ਉਦੋਂ ਰੈਲੀ ਵਾਲੇ ਦਿਨ ਸਤਿਕਾਰ ਕਿੱਥੇ ਸੀਗਾ? ਰੈਲੀ ਵਾਲੇ ਦਿਨ ਤਾਂ ਕਹਿੰਦੇ ਟੱਕਰਾ ਹੋ ਗਿਆ ਉਸ ਦਿਨ, ਜੱਸੀ ਸਾਹਿਬ ਤੇ ਖੁਸ਼ਬਾਜ਼ ਜਟਾਣਾ ਆਪਸ 'ਚ ਭਿੜ ਗਏ। ਨਹੀਂ ਮੱਕੜ ਸਾਹਿਬ, ਬਿਲਕੁਲ ਨਹੀਂ ਭਿੜੇ। ਤੁਸੀਂ ਵੀਡੀਓਜ਼ ਵੀ ਦੇਖਿਆ ਹੋਣੀਆਂ ਰੈਲੀ ਤੇ। ਕਈ ਵਾਰ ਐਂਟਰੀ ਤੇ ਛੋਟੀਆਂ ਮੋਟੀਆਂ ਵਰਕਰਸ ਦੀਆਂ ਆਪਸ 'ਚ ਕਿਸੇ ਲੀਡਰ ਨਾਲ ਹੋ ਜਾਂਦੀਆਂ, ਕੋਈ ਐਸੀ ਤੁਸੀਂ ਦੋਹੇ ਲੀਡਰ ਆਮੋ ਸਾਹਮਣੇ ਹੋਏ ਹੋ ਉਸ ਦਿਨ। ਵਰਕਰ ਕਿੱਥੇ ਸੀਗੇ? ਤੁਸੀਂ ਤਾਂ ਆਪ ਖੜੇ ਸੀ ਉਸ ਦਿਨ। ਨਹੀਂ, ਤੁਸੀਂ ਉਹਨਾਂ ਦੀ ਚਾਹੇ ਜੱਸੀ ਸਾਹਿਬ ਦੀ ਇੰਟਰਵਿਊ ਵੀ ਦੇਖ ਲਿਓ,
ਉਹਨਾਂ ਨੇ ਕਿਹਾ ਵੀ ਯੂਥ ਵਾਲੇ ਮੁੰਡਿਆਂ ਨੇ ਮੈਨੂੰ ਰੋਕਿਆ, ਇਹ ਕੀਤਾ। ਪਰ ਜਦੋਂ ਅਸੀਂ ਕਿ ਤੁਸੀਂ ਚਾਹੁੰਦੇ ਨਹੀਂ ਸੀ ਉਸ ਦਿਨ ਉੱਥੇ ਆਉਣ? ਸਾਹਿਬ, ਐਸੀ ਕੋਈ ਗੱਲ ਨਹੀਂ ਸੀ ਕਿ ਮੈਂ ਚਾਹੁੰਦਾ ਨਹੀਂ ਸੀ ਉੱਥੇ ਆਉਣ, ਪਰ ਮੈਂ ਇਹ ਵੀ ਨਹੀਂ ਚਾਹੁੰਦਾ ਸੀ ਕਿ ਰੈਲੀ ਅਸੀਂ ਆਰਗੇਨਾਈਜ਼ ਕੀਤੀ ਸੀ ਸਾਰਾ ਪ੍ਰੋਗਰਾਮ ਅਸੀਂ ਕੀਤਾ। ਬਹੁਤ ਹੀ ਸਤਿਕਾਰਯੋਗ, ਮੈਂ ਬੜੀ ਇੱਜ਼ਤ ਕਰਦਾ ਸਾਡੇ ਸੀਐਮ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ, ਉਹਨਾਂ ਨੇ ਮੈਨੂੰ ਤੇ ਹਰੀਸ਼ ਚੌਧਰੀ ਜੀ ਨੇ ਇਹ ਰੈਲੀ ਦਿੱਤੀ ਸੀ। ਔਰ ਰੈਲੀ ਅਸੀਂ 10 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਗਈਆਂ, ਸਾਰੀਆਂ ਤਿਆਰੀਆਂ ਚੱਲ ਰਹੀਆਂ ਜੀ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ। ਔਰ ਰੈਲੀ ਤੋਂ ਇੱਕ ਦਿਨ ਪਹਿਲਾਂ ਆ ਕੇ ਉਹਨੂੰ ਥੋੜਾ ਜਿਹਾ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ। ਥੋੜਾ ਜਿਹਾ ਕੀ ਹੋਇਆ? ਉਹ ਆਪਣੇ ਬੰਦਿਆਂ ਨਾਲ ਪਹੁੰਚ ਗਏ ਉੱਥੇ? ਹਾਂ, ਬੰਦਿਆਂ ਨਾਲ ਪਹੁੰਚ ਕੇ ਜਿਵੇਂ ਪ੍ਰੈਸ ਨੂੰ ਫੋਟੋਆਂ ਕਰਾਉਣ ਦੀ ਕੋਸ਼ਿਸ਼ ਕੀਤੀ। ਮੈਂ ਮੰਨਦਾ ਥੋੜਾ ਜਿਹਾ ਮੈਂ ਵੀ ਉਸ ਗੱਲ ਤੇ ਮੈਨੂੰ ਲੱਗਿਆ, ਪਰ ਉਹ ਜੋ ਵੀ ਸੀ ਹੋਣਾ ਨਹੀਂ ਚਾਹੀਦਾ ਸੀ। ਮੈਨੂੰ ਇਤਰਾਜ਼ ਕੀਤਾ ਤੁਸੀਂ? ਹਾਂ। ਤੁਹਾਨੂੰ ਅੱਜ ਵੀ ਇਤਰਾਜ਼ ਹੈ ਇਸ ਗੱਲ ਦਾ? ਨਹੀਂ, ਮੈਨੂੰ ਇਸ ਗੱਲ ਤੇ ਅੱਜ ਵੀ ਇਸ ਗੱਲ ਦਾ ਮੈਨੂੰ ਥੋੜਾ ਜਿਹਾ ਇਹ ਹੈ ਕਿ ਮੈਨੂੰ ਇਸ ਤਰ੍ਹਾਂ ਉਸ ਦਿਨ ਰਿਐਕਟ ਸਾਨੂੰ ਆਪਸ 'ਚ ਨਹੀਂ ਸੀ ਕਰਨਾ ਚਾਹੀਦਾ। ਮੇਰੇ ਸੀਨੀਅਰ ਲੀਡਰ ਹੈ, ਬੜੇ ਸਤਿਕਾਰਯੋਗ ਹੈ। ਲਿਖਿਆ ਗਿਆ ਥੱਲੇ ਕਮੈਂਟਾਂ ਲਿਖਿਆ ਕਿ ਭਜਾਤੇ, ਅਸੀਂ ਭਜਾਇਆ, ਉੱਥੋਂ ਇਹੋ ਜਿਹੇ ਸ਼ਬਦ ਵਰਤੇ ਗਏ। ਉਹ ਜੀ ਤੁਹਾਡੇ ਸਮਰਥਕ ਲਿਖ ਰਹੇ ਸੀਗੇ ਕਿ ਜਟਾਣੇ ਨੇ ਜੱਸੀ ਭਜਾਇਆ, ਹੁਣ ਖੜ ਕੇ ਦਿਖਾਓ। ਨਹੀਂ, ਇਸ ਤਰ੍ਹਾਂ ਦੇ ਕਮੈਂਟ ਆਏ, ਤੁਸੀਂ ਦੇਖੋ ਸਿਮਰਨ ਜੀ, ਫੇਸਬੁੱਕਾਂ ਤੇ। ਐਕਚੁਅਲੀ ਕੀ ਹੈ, ਯੂਥ ਫੋਰਸ ਹੁੰਦੀ ਹੈ ਹਰੇਕ ਲੀਡਰ ਨਾਲ, ਹੈ ਨਾ। ਜਿਹੜੇ ਨਵੇਂ ਬੱਚੇ ਹੈ, ਇਹਨਾਂ 'ਚ ਇੱਕ ਐਨਰਜੀ ਹੁੰਦੀ ਹੈ ਨਾ। ਉਹ ਜਦੋਂ ਇਹ ਜੀ ਗੱਲ ਨੂੰ ਦੇਖਦੇ ਆ, ਉਹਨੂੰ ਫਿਰ ਇਹ ਆਪ ਦਾ ਸੋਸ਼ਲ ਮੀਡੀਆ ਤੇ ਐਕਸਪ੍ਰੈਸ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਇਸ ਤੋਂ ਉੱਤੇ ਕੁਝ ਵੀ ਨਹੀਂ, ਬਸ ਇੱਕ ਹੁੰਦਾ ਵੀ ਹਾਂ ਵੀ ਭਜਾਉਣ ਵਾਲੀ ਕੀ ਗੱਲ ਹੈ, ਐਸੀ ਕੋਈ ਭੱਜਣ ਵਾਲੀ ਗੱਲ ਨਹੀਂ ਸੀ। ਠੀਕ ਹੈ, ਥੋੜੀ ਬਹੁਤੀ ਆਪਸ ਸਾਡੀ ਵਰਡ ਆਫ ਐਕਸਚੇਂਜ ਹੋਈ, ਪਰ ਉਸ ਤੋਂ ਬਾਅਦ ਉਹ ਵੀ ਆਪਣੇ ਰਸਤੇ ਚਲੇ ਗਏ। ਨੈਕਸਟ ਡੇ ਹੀ ਵਾਸ देयर ਫॉर द ਰੈਲੀ। ਸੀਐਮ ਸਾਹਿਬ ਆਏ, ਸੀਐਮ ਸਾਹਿਬ ਨੇ ਹੱਥ ਫੜ ਕੇ ਉਹਨਾਂ ਨੂੰ ਨਾਲ, ਮੈਂ ਵੀ ਨਾਲ ਲੈ ਕੇ ਗਿਆ ਸਟੇਜ ਤੇ ਉਹਨਾਂ ਨੂੰ। ਡੇਰਾ ਵੋਟ ਮੈਟਰ ਕਰਦਾ ਤੁਹਾਡੇ ਵਾਸਤੇ? ਸਾਹਿਬ, ਡੇਰਾ ਜਿਹੜਾ ਵੋਟ ਬੈਂਕ ਹੈ 100% ਮੇਰੇ ਹਲਕੇ 'ਚ ਹੈਗਾ। ਔਰ ਯੈਸ, ਮਾਲਵੇ ਦੇ ਹਲਕਿਆਂ ਵਿੱਚ ਡੇਰਾ ਦਾ ਜਿਹੜਾ ਵੋਟ ਬੈਂਕ ਹੈ ਉਹ ਕਰਦਾ ਮੈਟਰ। ਆਲਦੋ ਉਹਨਾਂ ਨਹੀਂ ਹੈ, ਪਰ ਹੁਣ ਫਿਰ ਵੀ ਪਹਿਲਾਂ ਨਾਲੋਂ ਫਰਕ ਪਿਆ? ਹਾਂ, ਪਿਆ। ਤੁਹਾਨੂੰ ਲੱਗਦਾ ਕਿ ਜੱਸੀ ਸਾਹਿਬ ਬੀਇੰਗ ਰਿਸ਼ਤੇਦਾਰ ਰਾਮ ਰਹੀਮ ਦੇ, ਉਹਨਾਂ ਦਾ ਇੱਕ ਐਜ ਰਹੂਗਾ, ਪਾਰਟੀ ਇਸ ਗੱਲ ਨੂੰ ਕੰਸੀਡਰ ਕਰੂਗੀ? ਸਾਹਿਬ, ਇਹ ਤਾਂ ਪਾਰਟੀ ਨੇ ਕੰਸੀਡਰ ਕਰਨਾ ਜੀ, ਹਾਈ ਕਮਾਂਡ ਨੇ ਕੰਸੀਡਰ ਕਰਨਾ। ਜੋ ਹਾਈ ਕਮਾਂਡ ਦਾ ਫੈਸਲਾ ਹੋਊਗਾ ਝੁਕੇ ਸਿਰ ਨਾਲ ਸਵੀਕਾਰ ਕਰੂੰਗਾ ਜੀ। ਮੈਂ ਪਾਰਟੀ ਦਾ ਸਿਪਾਹੀ ਹਾਂ, ਰਾਹੁਲ ਗਾਂਧੀ ਜੀ ਦਾ ਸਿਪਾਹੀ ਹਾਂ। ਮੈਨੂੰ ਜੋ ਹੁਕਮ ਦੇਣਗੇ, ਮੈਂ ਕਦੇ ਸੋਚਿਆ ਵੀ ਨਹੀਂ ਜ਼ਿੰਦਗੀ 'ਚ ਕਦੇ ਉਸ ਦੀ ਮੈਂ ਮੁਖਾਲਫਤ ਕਰੂੰਗਾ। ਔਰ ਡੇਰੇ ਦਾ ਵੋਟ ਬੈਂਕ ਅੱਜ ਕਿਹਦੇ ਨਾਲ ਜਾਂਦਾ, ਕਿਹਦੇ ਨਾਲ ਨਹੀਂ ਜਾਂਦਾ, ਥੋੜਾ ਜਿਹਾ ਤੁਸੀਂ ਇਹ ਦੇਖੋ ਨਾ ਵੀ ਹੁਣ ਸੈਂਟਰ 'ਚ ਕਿਹਦੀ ਸਰਕਾਰ ਹੈ। ਔਰ ਕੀ ਤੁਹਾਨੂੰ ਲੱਗਦਾ ਵੀ ਇਹ ਬੀਜੇਪੀ ਵਾਲੇ ਇਸ ਚੀਜ਼ ਨੂੰ ਜਾਂ ਇਸ ਵੋਟ ਬੈਂਕ ਨੂੰ ਛੱਡਣਗੇ? ਮੈਨੂੰ ਤਾਂ ਨਹੀਂ ਇਹ ਲੱਗਦਾ ਜੀ। ਤੁਹਾਨੂੰ ਲੱਗਦਾ ਬੀਜੇਪੀ ਇੱਥੇ ਆਪਣਾ ਪੋਜੀਸ਼ਨ ਬਣਾਊਗੀ ਤੁਹਾਡੇ ਹਲਕੇ ਦੇ ਵਿੱਚ? ਡੇਰੇ ਦਾ ਵੋਟ ਬੈਂਕ ਉਹ ਲੈ ਜਾਊਗੀ? ਮੈਨੂੰ ਦੇਖੋ, ਮੈਨੂੰ ਲੱਗਦਾ ਹੈ। ਬਾਕੀ ਦੇਖੋ, ਬੀਜੇਪੀ ਦਾ ਐਸ ਸੱਚ ਪੰਜਾਬ 'ਚ ਤਾਂ ਹੋਣਾ ਹੀ ਕੀ ਹੈ, ਮੇਰੇ ਹਲਕੇ ਤਾਂ ਬਿਲਕੁਲ ਹੀ ਕੁਝ ਵੀ ਨਹੀਂ ਹੈ ਇਹਨਾਂ ਦਾ। ਅੱਜ ਇਹ 1000 ਵੋਟ ਦੇ ਵੀ ਮਾਲਕ ਹੈ ਨਹੀਂ। ਹਾਲੇ ਤੱਕ ਤਾਂ ਇਹਨਾਂ ਦਾ ਕੋਈ ਮੂੰਹ ਸਿਰ ਹੀ ਨਹੀਂ ਬਣਿਆ ਸਾਡੇ ਹਲਕੇ 'ਚ। ਕੋਈ ਮਾੜਾ ਮੋਟਾ ਬੰਦਾ ਤਾਂ ਦਿਖੇ ਨਾ ਵੀ ਇਹ ਬੀਜੇਪੀ ਦਾ ਉਮੀਦਵਾਰ ਹੈ ਜਾਂ ਇਹ ਸਾਂਝਾ ਉਮੀਦਵਾਰ ਹੈ ਤਿੰਨੋਂ ਪਾਰਟੀਆਂ ਦਾ, ਢੀਂਡਸਾ ਸਾਹਿਬ ਦਾ, ਕੈਪਟਨ ਸਾਹਿਬ ਵਾਲੀ ਦਾ, ਬੀਜੇਪੀ ਦਾ, ਕਾਂਗਰਸ ਸਿੰਸੇ, ਤਿੰਨੋਂ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਆ। ਹਜੇ ਤੱਕ ਕੋਈ ਚਿਹਰਾ ਹੀ ਹੈ ਨਹੀਂ ਇਹਨਾਂ ਦਾ ਹਲਕੇ 'ਚ। ਔਰ ਮਾਡਲ ਕੋਡ ਆਫ ਕੰਡਕਟ ਲੱਗ ਚੁੱਕੇ ਹੈ, ਹਜੇ ਵੀ ਕੋਈ ਬੰਦਾ ਇਹਨਾਂ ਦਾ ਨਹੀਂ ਦਿਸਦਾ। ਮੇਰੇ ਹਿਸਾਬ ਨਾਲ ਤਾਂ ਇਹਨਾਂ ਦੀ ਜ਼ੀਰੋ ਪ੍ਰੈਜ਼ੈਂਸ ਹੈ ਜੀ। ਅਜੇ ਤਾਂ ਸ਼ੁਰੂਆਤ ਤਾਂ ਫਿਰ ਕਿਸਾਨਾਂ ਨੇ ਵੀ ਨਹੀਂ ਕੀਤੀ। ਅਜੇ ਤਾਂ ਉਹਨਾਂ ਨੇ ਵੀ ਨੋਮੀਨੇਸ਼ਨਸ ਦੇਣੀਆਂ, ਬੰਦੇ ਦੇਣੇ ਨੇ, ਅਜੇ ਕਾਡਰ ਬਣਨਾ ਹੈ ਪੂਰਾ। ਕਿ ਉਹਨਾਂ ਨੂੰ ਵੀ ਲਾਈਟ ਲੈ ਰਹੇ ਹੋ ਤੁਸੀਂ ਜਿਵੇਂ ਬੀਜੇਪੀ ਨੂੰ ਲੈ ਰਹੇ ਹੋ? ਬਿਲਕੁਲ ਗਲਤ ਗੱਲ ਹੈ ਜੀ। ਕਿਸਾਨਾਂ ਨੂੰ ਮੈਂ ਕਦੇ ਵੀ ਲਾਈਟ ਨਹੀਂ ਲਿਆ। ਪਹਿਲੀ ਗੱਲ ਤਾਂ ਮੇਰਾ ਬਹੁਤ ਸਤਿਕਾਰ ਹੈ ਕਿਸਾਨ ਯੂਨੀਅਨਸ ਲਈ, ਸਾਰੀਆਂ ਲਈ, ਕਿਉਂਕਿ ਇਹਨਾਂ ਨੇ ਜਿਹੜੀ ਪੰਜਾਬ ਦੇ ਕਿਸਾਨਾਂ ਲਈ ਔਰ ਮਜ਼ਦੂਰਾਂ ਲਈ ਜਿਹੜੀ ਦਿੱਲੀ ਲੜਾਈ ਲੜੀ ਹੈ, ਮੈਂ ਸਿਰ ਝੁਕਾ ਕੇ ਇਹਨਾਂ ਦਾ ਮੈਂ ਧੰਨਵਾਦ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਵੀ ਕਿਸਾਨ ਦਾ ਬੇਟਾ ਹੈ। ਠੀਕ ਹੈ ਜੀ। ਔਰ ਪਾਰਟੀਆਂ ਨੂੰ ਇੱਕ ਪਾਸੇ ਛੱਡ ਕੇ ਪੰਜਾਬ ਦੇ ਇੱਕ ਇੱਕ ਕਿਸਾਨ ਨੇ, ਕਿਸਾਨ ਦੇ ਬੱਚੇ ਨੇ, ਮਜ਼ਦੂਰ ਦੇ ਬੱਚੇ ਨੇ ਕਿਸਾਨ ਯੂਨੀਅਨਸ ਦਾ ਦਿੱਲੀ ਜਾ ਕੇ ਸਾਥ ਦਿੱਤਾ ਔਰ ਸਾਡੀ ਜਿੱਤ ਹੋਈ। ਉਸ ਗੱਲ ਦਾ ਸਾਨੂੰ ਮਾਣ ਵੀ ਹੈ ਔਰ ਉਹ ਸਤਿਕਾਰ ਜਿਹੜਾ ਕਿਸਾਨ ਯੂਨੀਅਨਸ ਲਈ ਹੈ ਉਹ ਸਦਾ ਹੀ ਮੇਰੇ ਦਿਲ ਦਿਮਾਗ 'ਚ ਰਹੇਗਾ। ਜਿੱਥੋਂ ਤੱਕ ਇਲੈਕਸ਼ਨਸ ਦੀ ਗੱਲ ਹੈ, ਪੋਲੀਟੀਕਲ ਬੈਟਲ ਹੈ, ਇਹਦੇ ਤਾਂ ਜੀ ਫਿਰ ਸਭ ਜਾਇਜ਼ ਹੈ।
ਦੇਖਦੇ ਹਾਂ ਕੌਣ ਕੈਂਡੀਡੇਟ ਆਉਂਦਾ ਜਾਂ ਕੀ ਆਉਂਦਾ, ਪਰ ਜਿੱਥੋਂ ਤੱਕ ਕਿਸਾਨ ਯੂਨੀਅਨਸ ਹੈ ਉਹਨਾਂ ਨੇ ਜਿਹੜਾ ਕੰਮ ਕੀਤਾ ਬਾ ਕਮਾਲ ਕੀਤਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀਆਂ ਯੂਨੀਅਨਸ ਨੇ ਯੂਨਿਟੀ ਬਣਾਈ। ਬੀਜੇਪੀ ਨੇ ਬਹੁਤ ਚਾਹਿਆ ਕਿ ਇਹਨਾਂ 'ਚ ਫੁੱਟ ਪਵਾ ਦਿਓ, ਇਹਨਾਂ ਨੂੰ ਤੋੜੋ, ਪਰ ਸਾਰਿਆਂ ਨੇ ਇੱਕ ਮੁੱਠੀ। ਪਰ ਹੁਣ ਤਾਂ ਪੋਲੀਟੀਕਲ ਹੋ ਗਏ ਨਾ, ਬਲਬੀਰ ਸਿੰਘ ਰਾਜੇਵਾਲ ਪਹਿਲਾਂ ਤੇ ਹੁਣ ਸੀਐਮ ਦੇ ਚਿਹਰੇ ਵਜੋਂ ਬਲਬੀਰ ਸਿੰਘ ਰਾਜੇਵਾਲ ਨੂੰ ਦੇਖਦੇ ਹੋ, ਇਹ ਲੜਾਈ ਤਾਂ ਪੋਲੀਟੀਕਲ ਹੋ ਗਈ। ਹੁਣ ਕੱਲ ਤਾਂ ਵੋਟ ਕਿੱਥੇ ਪੈਂਦੀ ਉਹਦੀ ਲੜਾਈ ਹੈ। ਬਿਲਕੁਲ ਠੀਕ ਹੈ ਮੱਕੜ ਸਾਹਿਬ, ਫਿਰ ਉਹਦੇ ਨਾਲ ਥੋੜਾ ਜਿਹਾ ਇਹਨਾਂ ਨੇ ਆਪ ਦਾ ਉਹ ਵੀ ਗਵਾਇਆ ਨਾ। ਤੁਸੀਂ ਗੱਲ ਦੇਖੋ, ਰਾਜੇਵਾਲ ਸਾਹਿਬ ਵਾਜ਼ ਅ ਫਾਦਰਲੀ ਫਿਗਰ ਫॉर ਐਵਰੀ ਪੰਜਾਬੀ ਸੀਗੇ ਨਾ, ਪਰ ਜਦੋਂ ਉਹਨਾਂ ਨੇ ਪਲੰਜ ਲੈ ਲਈ ਪੋਲੀਟੀਕਲ ਬੈਟਲ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਦੀ, ਤੇ ਤੁਸੀਂ ਅੱਜ ਆਬਜ਼ਰਵ ਕਰੋ ਕਿ ਲੋਕਾਂ 'ਚ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਸਮਰਥਕ ਹੈ ਉਹ ਵੀ ਬੈਕਫੁੱਟ ਤੇ ਹੋ ਗਏ ਆ, ਕਿਉਂਕਿ ਕਿਸਾਨ ਯੂਨੀਅਨ ਦਾ ਨੇਤਾ ਹੋਣਾ, ਪ੍ਰਧਾਨ ਹੋਣਾ, ਕਿਸਾਨੀ ਦੀ ਲੜਾਈ ਲੜਨਾ, ਉਹ ਇੱਕ ਅਲੱਗ ਗੱਲ ਹੈ। ਉਹਦੇ 'ਚ ਰਾਜੇਵਾਲ ਸਾਹਿਬ ਨਾਲ ਮੈਂ ਵੀ ਨਾਲ ਹਾਂ, ਹਰੇਕ ਅਕਾਲੀ ਦਲ ਦਾ ਲੀਡਰ ਵੀ ਨਾਲ ਹੈ, ਵਰਕਰ ਵੀ ਨਾਲ ਹੈ, ਕਾਂਗਰਸ ਦੇ ਵੀ ਨਾਲ ਹੈ, ਆਮ ਆਦਮੀ ਦੇ ਵੀ ਨਾਲ ਹੈ। ਪਰ ਸਾਹਿਬ ਜਦੋਂ ਉਹ ਇਲੈਕਸ਼ਨ ਲੜਨ ਲੱਗ ਗਏ, ਆਲ ਟੂਗੈਦਰ ਸਿਨੈਰੀਓ ਚੇਂਜ ਹੋ ਗਿਆ ਸਾਹਿਬ। ਉਦੋਂ ਬਾਅਦ ਤਾਂ ਫਿਰ ਹੁਣ ਬਰਾਬਰ ਦੇ ਉਮੀਦਵਾਰ ਉਹ ਨਹੀਂ ਤੇ ਬਰਾਬਰ ਦੇ ਅਸੀਂ ਹੈ, ਤੇ ਉਦੋਂ ਬਾਅਦ ਤਾਂ ਫਿਰ ਬਹੁਤ ਗੱਲਾਂ ਦੇਖੋ ਜਿਹੜੀਆਂ ਸਾਹਮਣੇ ਆਉਣੀਆਂ। ਮੈਨੂੰ ਦੇਖੋ, ਔਰ ਦੂਜੀ ਗੱਲ ਪਤਾ ਕੀ ਹੈ, ਕਿਸਾਨ ਯੂਨੀਅਨਸ ਦਾ ਸੰਯੁਕਤ ਮੋਰਚਾ ਹੁਣ ਜਿਹੜਾ ਸੀਗਾ ਸਾਰੇ ਇਕੱਠੇ ਸੀ, ਔਰ ਇਹਦੇ 'ਚ ਸਭ ਤੋਂ ਉੱਪਰ ਤਾਂ ਜਿਹੜੀ ਪ੍ਰੈਜ਼ੈਂਸ ਹੈ ਉਗਰਾਹਾਂ ਦੀ ਹੈ, ਸਿੱਧੂਪੁਰ ਦੀ ਹੈ, ਸਪੈਸ਼ਲੀ ਇਨ ਮਾਈ ਕੌਨਸਟੀਟੂਐਂਸੀ, ਹੈ ਨਾ। ਉਹਨਾਂ ਨੇ ਤਾਂ ਬਿਲਕੁਲ ਬਾਈਕਾਟ ਹੀ ਕਰਤਾ। ਇਹ ਰਾਜੇਵਾਲ ਸਾਹਿਬ ਇਹਨਾਂ ਦੀ ਤਾਂ ਕੋਈ ਜ਼ਿਆਦਾ ਪ੍ਰੈਜ਼ੈਂਸ ਹੀ ਹੈ ਨਹੀਂ ਮਾਲਵੇ 'ਚ, ਸਪੈਸ਼ਲੀ ਸਾਡੇ ਜ਼ਿਲ੍ਹਿਆਂ 'ਚ। ਸੋ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਬਹੁਤ ਜ਼ਿਆਦਾ ਕੋਈ ਅਸਰ ਜਾਂ ਨੁਕਸਾਨ ਹੋਊਗਾ। ਉਹ ਕਹਿੰਦੇ ਕਿ ਰਵਾਇਤੀ ਪਾਰਟੀਆਂ ਨੇ ਇਕੱਲੇ ਐਲਾਨ ਕੀਤੇ, ਤੁਹਾਡੇ ਤਾਂ ਸੀਐਮ ਸਾਹਿਬ ਦਾ ਮਜ਼ਾਕ ਉੱਡਦਾ ਕਿ ਐਲਾਨ ਜੀਤ ਨੇ, ਲੋਕ ਇਸ ਤਰ੍ਹਾਂ ਕਹਦੇ ਆ ਕਿ ਇਕੱਲੇ ਐਲਾਨ ਹੋਏ, ਹੋਰ ਹੋਇਆ ਹੀ ਕੁਝ ਨਹੀਂਗਾ। ਸਾਹਿਬ ਸੱਚੀ ਗੱਲ ਤਾਂ ਇਹ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਇੱਕ ਛੋਟੇ ਪਰਿਵਾਰ ਦਾ ਬੱਚਾ, ਉਹ ਤੋਂ ਸਾਡੀਆਂ ਵਿਰੋਧੀ ਪਾਰਟੀਆਂ ਇਸ ਕਦਰ ਘਬਰਾ ਗਈਆਂ, ਉਹਨਾਂ ਦੇ ਕੀਤੇ ਕੰਮਾਂ ਤੋਂ ਇਸ ਕਦਰ ਡਰ ਗਈਆਂ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੰਪੇਨ ਚਲਾਈ ਹੈ, ਜਿਹੜੀ ਤੁਸੀਂ ਕਹਿ ਰਹੇ ਹੋ ਐਲਾਨ ਜੀਤ ਕਰਤਾ, ਉਹ ਕਰਤਾ। ਪਰ ਤੁਸੀਂ ਮੇਰੇ ਨਾਲ ਚੱਲੋ, ਹਲਕਾ ਤਲਵੰਡੀ ਸਾਬੋ ਦੇ ਪਿੰਡ 'ਚ ਕਿਤੇ ਖੜੇ ਹੋ ਜਾਓ, ਹੱਥ ਖੜਾ ਕਰਕੇ 10 ਬੰਦਿਆਂ ਨੂੰ ਪੁੱਛ ਲਿਓ ਵੀ ਤੁਸੀਂ ਚਰਨਜੀਤ ਸਿੰਘ ਚੰਨੀ ਨਾਲੋਂ ਬੱਚਾ ਹੱਥ ਖੜ ਕੇ ਕਰੇਗਾ ਕਿ ਬਾ ਕਮਾਲ ਕੰਮ ਕੀਤੇ ਨੇ ਮੁੱਖ ਮੰਤਰੀ ਪੰਜਾਬ ਦੇ। ਕੱਲ ਲੋਕ ਕਹਿ ਰਹੇ ਅਸੀਂ ਤੁਹਾਡੇ ਹਲਕੇ ਦੇ ਵਿੱਚ, ਉਹ ਕਹਿੰਦੇ ਸਾਡੇ ਬਿਜਲੀ ਦੇ ਬਿੱਲ ਨਹੀਂ ਮਾਫ ਹੋਏ। 100% ਹੋਏ ਆ ਜੀ, ਕਿਉਂ ਨਹੀਂ ਹੋਏ? ਉਹ ਦੇਖੋ ਥੋੜੀ ਜੀ ਨਾ ਲੋਕਾਂ ਨੂੰ ਥੋੜੀ ਜੀ ਗਲਤਫਹਿਮੀ ਵੀ ਹੈ। ਜਿਹੜੇ ਬਿਜਲੀ ਦੇ ਬਿੱਲ ਮਾਫ ਹੋਏ ਆ ਉਹ ਸਰਟਨ ਪੀਰੀਅਡ ਤੱਕ ਹੋਏ ਆ, ਠੀਕ ਹੈ ਜੀ, 7ਵੇਂ ਮਹੀਨੇ ਤੱਕ ਹੋਏ ਆ ਸ਼ਾਇਦ, ਤੇ ਉਹ ਲੋਕਾਂ ਨੂੰ ਇਹ ਲੱਗਦਾ ਵੀ ਉਹ ਮਤਲਬ ਉਦੋਂ ਬਾਅਦ ਵੀ ਹੋਈ ਜਾਣਗੇ। ਉਹ ਜਿਹੜੇ ਹੁਣ ਆ ਰਹੇ ਆ, ਪਿਛਲੇ ਮਹੀਨੇ ਦਾ ਆ ਗਿਆ ਜਾਂ 2 ਮਹੀਨਿਆਂ ਤੋਂ ਆ ਗਿਆ, ਉਹ ਲੋਕਾਂ ਨੂੰ ਇਹ ਲੱਗ ਰਿਹਾ ਅਸੀਂ ਸਮਝਾ ਰਹੇ ਹਾਂ ਵੀ ਜੀ ਆਹ ਦੇਖੋ ਬਿੱਲ 'ਚ ਲਿਖਿਆ ਹੋਇਆ ਜਿਹੜੀ ਮਾਫੀ ਆਈ ਹੈ, ਉਹ ਨਾਲੇ ਕਿਤੇ ਕੋਈ ਫਾਰਮ ਭਰਨ ਦੀ ਲੋੜ ਨਹੀਂ, ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ, ਉਹ ਤਾਂ ਆਟੋਮੈਟਿਕਲੀ ਡਿਪਾਰਟਮੈਂਟ ਨੇ ਪਿੱਛੋਂ ਮਾਈਨਸ ਕਰਤੇ ਆ। ਪਰ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਗਲਤਫਹਿਮੀ ਹੈ ਕਿ ਉਦੋਂ ਬਾਅਦ ਵੀ ਸਾਰਾ ਮਾਫ ਹੀ ਹੋਣਾ। ਇਸ ਕਰਕੇ ਕੈਪਟਨ ਸਾਹਿਬ ਤੇ ਚੰਨੀ, ਤੁਹਾਨੂੰ ਡਿਫਰੈਂਸ ਵੱਡਾ ਕੀ ਨਜ਼ਰ ਆਇਆ? 4.5 ਸਾਲ ਤੁਸੀਂ ਉਹ ਦੇਖੇ, ਫਿਰ 2-3 ਮਹੀਨੇ ਆਹ ਦੇਖੇ ਤੁਸੀਂ। ਦੇਖੋ ਕੈਪਟਨ ਸਾਹਿਬ ਵੀ ਸਾਡੇ ਸਤਿਕਾਰਯੋਗ ਲੀਡਰ ਸਨ, ਔਰ ਮੈਂ ਬੜੀ ਰਿਸਪੈਕਟ ਕਰਦਾ ਉਹਨਾਂ ਦੀ। ਹੀ ਵਾਜ਼ ਐਨ ਐਕਸਲੈਂਟ ਐਡਮਿਨਿਸਟ੍ਰੇਟਰ, ਪਰ ਐਜ਼ ਅ ਪੋਲੀਟੀਕਲ ਲੀਡਰ ਪਹਿਲਾਂ ਤਾਂ ਦੇਖੋ ਉਹਨਾਂ ਦਾ ਬੜਾ ਜਲਵਾ ਸੀ, ਪਿਛਲੀ ਸਰਕਾਰ ਵੀ ਉਹਨਾਂ ਦੇ ਨਾਂ ਤੇ ਆਈ ਸੀ, ਪਰ ਇਸ ਵਾਰ ਇਹ ਚੀਜ਼ ਦੇਖਣ ਨੂੰ ਮਿਲੀ। ਮੈਂ ਨਹੀਂ ਕਹਿੰਦਾ, ਸਾਰਾ ਪੰਜਾਬ ਕਹਿੰਦਾ, ਸਾਰੇ ਪੰਜਾਬੀ ਕਹਿੰਦੇ ਆ ਕਿ ਬੀਇੰਗ ਅ ਪੋਲੀਟੀਕਲ ਲੀਡਰ ਉਹ ਬਿਲਕੁਲ ਫੇਲ ਹੋ ਗਏ। ਇੱਕ ਤਾਂ ਜੀ ਬਿਲਕੁਲ ਹੀ ਮਿਲਣਾ ਗਿਲਣਾ ਬੰਦ ਕਰਤਾ, ਔਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਕਾਂਗਰਸ ਨੂੰ, ਖਾਸ ਕਰਕੇ ਕਾਡਰ ਨੂੰ, ਸੀਐਮ ਸਾਹਿਬ ਬਾਹਰ ਅੰਦਰ ਜਾਣਾ, ਰੈਲੀਆਂ ਤੇ ਪ੍ਰੋਗਰਾਮਾਂ ਤੇ ਬਿਲਕੁਲ ਹੀ ਬੰਦ ਕਰ ਗਏ ਸੀ। ਇੱਕ ਬਿਲਕੁਲ ਹੀ ਜਿਹੜਾ ਕਨੈਕਟ ਸੀ ਨਾ ਮੁੱਖ ਮੰਤਰੀ ਦਾ ਆਪਦੇ ਕਾਡਰ ਨਾਲ ਹੋਣਾ, ਆਪਦੀ ਪਾਰਟੀ ਨਾਲ, ਆਪਦੀ ਸਰਕਾਰ ਨਾਲ, ਉਹ ਬਿਲਕੁਲ ਟੁੱਟ ਚੁੱਕਿਆ ਸੀ। ਤੇ ਉਹਦੇ ਕਰਕੇ ਪਿਛਲੇ 5 ਸਾਲਾਂ ਇਸ ਸਰਕਾਰ 'ਚ ਲਗਾਤਾਰ ਉਹ ਗੁੱਸਾ ਵਾਧਾ ਇੰਨਾ ਵੱਧ ਗਿਆ ਕਿ ਜਿਹਦਾ ਨਤੀਜਾ ਹੁਣ ਤੁਹਾਡੇ ਸਾਹਮਣੇ ਹੈ। ਤੁਹਾਡੇ ਲੀਡਰ ਅੱਜ ਕੱਲ੍ਹ ਕਹਿੰਦੇ ਕਿ ਸਰਕਾਰ ਤਾਂ ਚਲਾਉਂਦੀ ਹੀ ਰੂਸਾ ਆਲਮ ਰਹੀ ਹੈ। ਨਹੀਂ, ਮੈਂ ਤਾਂ ਨਹੀਂ ਇਹ ਗੱਲ ਮੰਨਦਾ ਜੀ। ਠੀਕ ਹੈ, ਰੂਸਾ ਆਲਮ ਵਾਸ देयर, ਸੀਐਮ ਸਾਹਿਬ ਨਾਲ ਕਹਿੰਦੇ ਤਬਾਦਲੇ ਹੁੰਦੇ ਰਹੇ ਆ, ਐਸਐਸਪੀ ਤੱਕ ਰੂਸਾ ਆਲਮ ਫਿਕਸ ਕਰਦੀ ਰਹੀ ਹੈ ਕੌਣ ਬਦਲਣਾ ਹੈ, ਕਿਹਨੂੰ ਬਦਲਣਾ ਹੈ, ਕਿੱਥੇ ਲਾਉਣਾ ਹੈ।
ਸਾਹਿਬ ਵਿਰੋਧੀ ਕਹਿੰਦੇ ਆ, ਮੈਨੂੰ ਤਾਂ ਕੋਈ ਲੱਗਿਆ ਨਹੀਂ ਵੀ ਆ ਫਲਾਨਾ ਐਸਐਸਪੀ ਰੂਸਾ ਆਲਮ ਨੇ ਲਾਇਆ, ਮੈਨੂੰ ਤਾਂ ਕੋਈ ਹਜੇ ਤੱਕ ਦਿਖਿਆ ਨਹੀਂ। ਤੁਹਾਡੀ ਸੁਣਵਾਈ ਹੁੰਦੀ ਰਹੀ ਹੈ ਤੁਹਾਡੇ ਹਲਕੇ 100% ਜੀ। ਤੁਹਾਡੀ ਐਸਐਸਪੀ ਡੀਸੀ ਮੰਨਦੇ ਰਹੇ ਆ ਬਠਿੰਡੇ ਦੇ ਵਿੱਚ, ਤਲਵੰਡੀ ਸਾਬੋ ਦੇ ਵਿੱਚ 100% ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਵੀ? ਯੈਸ। ਕੀ ਇਹ ਸੌਫਟ ਕਾਰਨਰ ਤਾਂ ਨਹੀਂ ਰੱਖ ਰਹੇ ਤੁਸੀਂ ਅਜੇ ਤਾਈਂ? ਬਿਲਕੁਲ ਕੋਈ ਕਿ ਕਿਤੇ ਪਤਾ ਲੱਗੇ ਕਿ ਖੁਸ਼ਬਾਜ਼ ਜਟਾਣਾ ਨੂੰ ਜੇ ਟਿਕਟ ਨਹੀਂ ਮਿਲੀ ਤਾਂ ਸਵੇਰੇ ਪੰਜਾਬ ਲੋਕ ਕਾਂਗਰਸ 'ਚ ਹੋਣ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਕੇ ਬਹਿ ਜਾਣ? ਸਾਹਿਬ ਮੱਕੜ ਜੀ, ਮੈਂ ਲਾਈਵ ਚੈਨਲ ਤੇ ਕਹਿ ਰਿਹਾ, ਮੈਂ ਜ਼ਿੰਦਗੀ 'ਚ ਕਦੇ ਵੀ ਮੈਨੂੰ ਟਿਕਟ ਕਦੇ ਮਿਲੇ ਨਾ ਮਿਲੇ, ਮੈਂ ਕਾਂਗਰਸ ਪਾਰਟੀ ਕਦੇ ਨਹੀਂ ਛੱਡੂੰਗਾ। ਇਹ ਮੇਰਾ ਰਿਕਾਰਡ ਕਰਕੇ ਰੱਖ ਲਓ ਸਟੇਟਮੈਂਟ। ਤੇ ਜਟਾਣਾ ਉਹਨਾਂ ਚੋਂ ਨਹੀਂ ਜਿਹੜਾ ਆਪਦੇ ਕਈ ਲਫ਼ਜ਼ਾਂ ਤੋਂ ਫਿਰ ਜੇ, ਇਹ ਕਦੇ ਨਹੀਂ ਹੋ ਸਕਦਾ। ਕਰੀਅਰ ਸੈਂਟਰਿਕ ਨਹੀਂ ਹੈਗੇ ਆ, ਪਰ ਮਤਲਬ ਪ੍ਰਸਤ ਨਹੀਂ, ਮੌਕਾ ਪ੍ਰਸਤ ਨਹੀਂ। ਕੀ ਕੈਪਟਨ ਅਮਰਿੰਦਰ ਸਿੰਘ ਜੇ ਅੱਜ ਬਦਲ ਗਏ ਉਹ ਮੌਕਾ ਪ੍ਰਸਤ ਸੀਗੇ? ਸਾਹਿਬ ਇਹ ਤਾਂ ਨਹੀਂ ਮੈਨੂੰ ਪਤਾ ਕਿ ਉਹ ਮੌਕਾ ਪ੍ਰਸਤ ਹੈ ਜਾਂ ਉਹਨਾਂ ਦੀ ਕੋਈ ਮਜਬੂਰੀ ਹੈ, ਪਰ ਮੈਂ ਸਾਹਿਬ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਬਦਲਣੀ ਮੌਕਾ ਪ੍ਰਸਤੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤਾਂ ਜਾ ਕੇ ਬੀਜੇਪੀ ਦੇ ਨਾਲ ਬਹਿ ਗਏ। ਬਿਲਕੁਲ, ਮੈਂ ਤਾਂ ਕਹਿ ਹੀ ਰਿਹਾ ਮੈਂ ਕਿ ਨਹੀਂ ਬਦਲਣੀ ਚਾਹੀਦੀ ਸੀ ਉਹਨਾਂ ਨੂੰ। ਨਵਜੋਤ ਸਿੱਧੂ ਵੀ ਬੀਜੇਪੀ ਛੱਡ ਕੇ ਆਏ ਸੀ ਤੁਹਾਡੇ ਪ੍ਰੈਜ਼ੀਡੈਂਟ ਨੇ ਹੁਣ। ਬਿਲਕੁਲ ਸਾਹਿਬ, ਮੌਕਾ ਪ੍ਰਸਤੀ ਸੀ ਉਹ। ਤੁਸੀਂ ਕਿਉਂ ਮੇਰੇ ਤੋਂ ਹੁਣ ਆਈ ਐਮ ਅ ਸਮਾਲ ਫਰਾਈ, ਪਰ ਸੱਚੀ ਗੱਲ ਤਾਂ ਇਹ ਹੈ ਕਿ ਦੇਖੋ ਜਦੋਂ ਤੁਸੀਂ ਕੋਈ ਪਾਰਟੀ ਛੱਡਦੇ ਹੋ ਫਿਰ ਤੁਸੀਂ ਸਿਰਫ ਇੱਕ ਫਾਇਦਾ ਲੈਣ ਲਈ ਜਾਂ ਮੌਕਾ ਦੇਖਣ ਲਈ ਜਾਂਦੇ ਹੋ ਨਾ, ਆਈਡੀਓਲੋਜੀ ਨਾਲ ਤਾਂ ਤੁਸੀਂ ਜੁੜੇ ਨਾ ਹੋਏ। ਮੈਂ ਪਾਰਟੀ ਦੀ ਆਈਡੀਓਲੋਜੀ ਨਾਲ ਜੁੜਿਆ, ਮੈਂ ਲੀਡਰ ਨਾਲ ਜੁੜਿਆ ਰਾਹੁਲ ਗਾਂਧੀ ਨਾਲ। ਮੈਂ ਬਾਕੀਆਂ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ, ਉਹਨਾਂ ਨੇ ਕਿਉਂ ਕੀਤਾ ਤਾਂ ਤੁਸੀਂ ਉਹਨਾਂ ਨੂੰ ਹੀ ਪੁੱਛ ਸਕਦੇ ਹੋ। ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰ ਰਹੇ ਹੋ, ਇਹਦਾ ਜਵਾਬ ਵੀ ਉਹ ਦੇਣਗੇ। ਕੈਪਟਨ ਸਾਹਿਬ ਵੀ ਹੀ ਇਜ਼ ਐਨ ਕੰਪਲੀਟ ਇੰਡੀਵਿਜੂਅਲ, ਉਹੀ ਦੇਣਗੇ ਜਵਾਬ। ਮੈਂ ਤਾਂ ਆਪਣਾ ਦੇ ਸਕਦਾ ਜੀ। ਮੈਂ ਪਾਰਟੀ ਕਦੇ ਨਹੀਂ ਛੱਡੂੰਗਾ ਔਰ ਕਾਂਗਰਸ ਪਾਰਟੀ ਦਾ ਸਿਪਾਹੀ ਹੈ, ਕਾਂਗਰਸ ਪਾਰਟੀ ਦਾ ਸਿਪਾਹੀ ਰਹੂੰਗਾ। ਇਸ ਵਾਰੀ ਤੁਹਾਨੂੰ ਬੁਲਾ ਕੇ ਪੁੱਛਿਆ ਗਿਆ ਜਿਵੇਂ ਪਹਿਲਾਂ ਪੁੱਛਿਆ ਜਾਂਦਾ ਸੀਗਾ? ਇਸ ਵਾਰ ਟਿਕਟ ਦੀ ਦਾਅਵੇਦਾਰੀ ਹੈ, ਇਸ ਵਾਰ ਉਹ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਕਾਂਗਰਸ ਦਾ ਸਮਝ ਹੀ ਨਹੀਂ ਆ ਰਿਹਾ ਕਿ ਚੱਲ ਕੀ ਰਿਹਾ ਹੈ। ਨਵਜੋਤ ਸਿੱਧੂ ਭਾਰੀ ਨੇ, ਜਾਖੜ ਸਾਹਿਬ ਦੇਖ ਰਹੇ ਹੈ, ਸੁਖਜਿੰਦਰ ਰੰਧਾਵਾ ਆਪਣੀ ਗੱਲ ਕਰ ਰਹੇ ਹੈ, ਚਰਨਜੀਤ ਸਿੰਘ ਚੰਨੀ ਆਪਣਾ ਇੱਕ ਔਰਾ ਬਣਾ ਕੇ ਬੈਠ ਗਏ ਹੁਣ। ਸਭ ਇਹ ਕਾਂਗਰਸ ਪਾਰਟੀ ਹੈ, ਹਰ ਇੱਕ ਲੀਡਰ ਦੀ ਰਿਸਪੈਕਟ ਹੈ। ਉਹ ਅਕਾਲੀ ਦਲ ਵਾਲਾ ਕੰਮ ਤਾਂ ਹੈ ਨਹੀਂ ਵੀ ਇਕੱਲਾ ਬਸ ਉਹ ਜਿਵੇਂ ਕਹਿੰਦੇ ਹੁੰਦੇ ਆ ਜੋ ਤੱਕ ਸੁਖਬੀਰ ਬਾਦਲ ਨਾਲ ਯਾਰੀ ਹੈ ਉਦੋਂ ਇੱਕ ਦੇ ਮਗਰ 2 0 100% ਹੈ, ਤੇ ਜਦੋਂ ਕਹਿੰਦੇ ਵੀ ਉਹਦੇ ਨਾਲ ਯਾਰੀ ਖਤਮ ਹੋ ਗਈ ਤਾਂ ਕੋਈ ਏਕਾ ਹਾਰ ਜਾਂਦਾ, 00 ਹੀ ਰਹਿ ਜਾਂਦਾ। ਕਾਂਗਰਸ ਦਾ ਐਸਾ ਕਲਚਰ ਨਹੀਂ ਹੈ, ਹਰ ਇੰਡੀਵਿਜੂਅਲ ਦੀ ਰਿਸਪੈਕਟ ਹੈ। ਔਰ ਜੇ ਚੰਨੀ ਸਾਹਿਬ ਹੈ ਚੀਫ ਮਿਨਿਸਟਰ ਹੈ ਜੀ, ਉਹਨਾਂ ਦਾ ਕੰਮ ਹੈ, ਅਥਾਰਟੀ ਉਹਨਾਂ ਦੀ, ਜੋ ਉਹਨਾਂ ਦਾ ਕੰਮ ਉਹ ਕਰ ਰਹੇ ਹੈ ਔਰ ਹਾਈ ਕਮਾਂਡ ਵੀ ਉਸ ਚੀਜ਼ ਨੂੰ ਐਕਸੈਪਟ ਕਰਦੀ ਹੈ। ਬੀਇੰਗ ਪਾਰਟੀ ਪ੍ਰੈਜ਼ੀਡੈਂਟ ਸਿੱਧੂ ਸਾਹਿਬ ਦੀ ਆਪਣੀ ਭੂਮਿਕਾ, ਆਪਣੀ ਜਗ੍ਹਾ, ਉਹ ਰਿਸਪੈਕਟੇਬਲ ਜੌਬ ਕਰ ਰਹੇ ਆ। ਡਿਪਟੀ ਸੀਐਮ ਸੀਗੇ, ਹੁਣ ਤਾਂ ਚਲੋ ਫਾਰਮਰ ਹੋ ਗਏ, ਸੁਖਜਿੰਦਰ ਰੰਧਾਵਾ ਜੀ, ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ। ਹਰ ਇੱਕ ਲੀਡਰ ਦੀ ਆਪਦੀ ਪਹਿਚਾਣ ਹੈ। ਦੇਖੋ ਡੈਮੋਕ੍ਰੈਟਿਕ ਸਿਸਟਮ ਹੈ, ਕੋਈ ਦਬਕਾ ਤਾਂ ਹੈ ਨਹੀਂ, ਕੋਈ ਡਿਕਟੇਟਰਸ਼ਿਪ ਤਾਂ ਹੈ ਨਹੀਂ ਵੀ ਕਿਸੇ ਨੂੰ ਬੋਲਣ ਦਾ ਹੱਕ ਨਹੀਂ। ਹਰ ਇੱਕ ਲੀਡਰ ਨੂੰ ਆਪਣੀ ਪਛਾਣ ਬਣਾਉਣ ਦਾ ਔਰ ਆਪਣੀ ਗੱਲ ਰੱਖਣ ਦਾ ਹੱਕ ਹੈ ਜੀ। ਕਾਂਗਰਸ ਇਜ਼ ਨੋਨ ਫॉर ਥੀਸ ਥਿੰਗਸ। ਇਨਸਾਫ ਨਹੀਂ ਮਿਲਿਆ, ਲੋਕ ਕਹਿੰਦੇ 5 ਸਾਲ ਆ ਵੀ ਲੰਘ ਗਏ, ਬੇਅਦਬੀ ਦਾ ਇਨਸਾਫ ਕਿੱਥੇ ਹੈ? ਸਾਹਿਬ ਬੇਅਦਬੀ ਦੇ ਜਿਹੜੇ ਇਨਸਾਫ ਵਾਲੀ ਗੱਲ ਹੈ, ਦੇਖੋ ਇਹ ਇੱਕ ਐਸਾ ਇੱਕ ਦਾਗ ਹੈ ਜਿਹੜਾ ਪੰਜਾਬ ਤੇ ਲੱਗਿਆ ਔਰ ਸਾਡੀ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦੇ ਜਿਹੜਾ ਦਾਮਨ ਤੇ ਦਾਗ ਲੱਗਿਆ। ਔਰ ਸਾਡੇ ਤੇ ਦਾਗ ਘੱਟੋ ਘੱਟ ਅਕਾਲੀ ਦਲ ਵਾਲਾ ਨਹੀਂ ਹੈਗਾ ਕਿ ਅਸੀਂ ਕਰਵਾਈ ਜਾਂ ਅਸੀਂ ਉਹਦੇ ਪਾਰਟ ਸੀ, ਪਰ ਹਾਂ ਕਿਤੇ ਨਾ ਕਿਤੇ ਇਹ ਗੱਲ ਮੈਂ ਵੀ ਮੰਨਦਾ ਕਿ ਸਾਡੀ ਕਮਜ਼ੋਰੀ ਰਹੀ, ਸਾਡੀ ਪਾਰਟੀ ਦੀ, ਸਾਡੀ ਸਰਕਾਰ ਦੀ। ਅਸੀਂ ਸਹੀ ਦੋਸ਼ੀਆਂ ਨੂੰ ਹਜੇ ਤੱਕ ਫੜ ਨਹੀਂ ਸਕੇ। ਲੜਾਈ ਲੜੀ। ਕੌਣ ਨੇ ਸਹੀ ਦੋਸ਼ੀ ਤੁਹਾਡੇ ਮੁਤਾਬਕ, ਕੌਣ ਨੇ? ਸਾਹਿਬ ਮੇਰੇ ਹਿਸਾਬ ਨਾਲ ਤੇ ਸਾਰਾ ਛੜਯੰਤਰ ਕੀਤਾ ਹੀ ਅਕਾਲੀ ਦਲ ਨੇ ਸੀ। ਸੁਖਬੀਰ ਬਾਦਲ ਨੇ, ਮਜੀਠੀਆ ਸਾਹਿਬ ਨੇ, ਇਹ ਸਾਰਾ ਬਣਾਇਆ ਹੋਇਆ ਇਹਨਾਂ ਦਾ ਸੀਗਾ। ਡੇਰੇ ਸੱਚੇ ਸੌਦੇ ਨੂੰ ਕਿਤੇ ਯੂਜ਼ ਕੀਤਾ ਉਹਨਾਂ ਨੇ, ਬਾਬਾ ਜੀ ਨੂੰ ਯੂਜ਼ ਕੀਤਾ, ਉਹਨਾਂ ਦੇ ਵਰਦੀ ਪਵਾ ਲਈ, ਫਿਰ ਉਹਨਾਂ ਨੂੰ ਲੜਾਤਾ, ਫਿਰ ਮਾਫੀ ਵੀ ਆਪਣੇ ਆਪ ਹੀ ਦੇਤੀ। ਕਿਤੇ ਨਾ ਕਿਤੇ ਰਾਮ ਰਹੀਮ ਨੂੰ ਕਸੂਰਵਾਰ ਨਹੀਂ ਮੰਨਦੇ ਤੁਸੀਂ? ਸਾਹਿਬ ਬਿਲਕੁਲ, ਤੁਸੀਂ ਦੇਵਰ ਪਾਰਟ ਐਂਡ ਪਾਰਸਲ ਆਫ ਸੁਖਬੀਰ ਬਾਦਲ। ਇਹਨਾਂ ਨੇ ਜਦੋਂ ਦੇਖੋ ਮਾਫੀ ਦਿੱਤੀ, ਅਕਾਲ ਤਖਤ ਦੇ ਜਥੇਦਾਰ ਨੇ ਦਿੱਤੀ, ਤੇ 100% ਇਹ ਕਸੂਰ ਤਾਂ ਸਾਰਿਆਂ ਦਾ ਹੀ ਹੈ। ਸਭ ਤੋਂ ਵੱਡਾ ਕਸੂਰਵਾਰ ਤਾਂ ਸੁਖਬੀਰ ਬਾਦਲ ਹੈ, ਜਿਹੜਾ ਉਸ ਟਾਈਮ ਇਹ ਤਣੀਆਂ ਕੰਟਰੋਲ ਕਰ ਰਿਹਾ ਸੀ। ਇੱਕ ਪਾਸੇ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਕੰਟਰੋਲ ਕਰ ਰਹੇ ਸੀ, ਦੂਜੇ ਪਾਸੇ ਡੇਰੇ ਨੂੰ ਕੰਟਰੋਲ ਕਰ ਰਹੇ ਸੀ। ਤੇ ਅੱਜ ਦੇਖੋ ਮਜੀਠੀਆ ਸਾਹਿਬ ਵਾਜ਼ ਆਲਸੋ ਪਾਰਟ ਐਂਡ ਪਾਰਸਲ। ਦੋਨੋਂ ਜੀਜਾ ਸਾਲਾਂ ਨੇ ਰਲ ਕੇ ਪੰਜਾਬ ਦਾ ਤੇ ਪੰਜਾਬੀਅਤ ਦਾ ਉਹ ਸੱਤਿਆਨਾਸ਼ ਕੀਤਾ ਕਿ ਇਹਨਾਂ ਨੂੰ ਅੱਜ ਦੇਖੋ ਭੁਗਤਣਾ ਵੀ ਪੈ ਰਿਹਾ। ਹੁਣ ਮਜੀਠੀਆ ਸਾਹਿਬ, ਤੁਸੀਂ ਇੱਕ ਗੱਲ ਦੇਖੋ, ਮਾਝੇ ਦਾ ਜਰਨੈਲ ਕਹਾਉਂਦਾ ਆਪਣੇ ਆਪ, ਔਰ ਪਾਰਟੀ ਵੀ ਉਹਨੂੰ ਮਾਝੇ ਦਾ ਜਰਨੈਲ ਕਹਿੰਦੀ ਹੈ। ਅੱਜ ਮਾਝੇ ਦਾ ਜਰਨੈਲ ਇੱਕ ਮਾਮੂਲੀ ਚੋਰ ਵਾਂਗੂ ਅੱਗੇ ਅੱਗੇ ਭੱਜ ਰਿਹਾ।
ਔਰ ਪੁਲਿਸ ਪੰਜਾਬ ਦੀ ਉਹਦੇ ਪਿੱਛੇ ਪਿੱਛੇ ਹੈ। ਗੁਰੂ ਮਹਾਰਾਜ ਦੇ ਦੇਖੋ ਇਹ ਤਾਂ ਛੋਟੀਆਂ ਗੱਲਾਂ, ਸਰਕਾਰਾਂ, ਮੁੱਖ ਮੰਤਰੀ, ਸੱਚੇ ਪਾਤਸ਼ਾਹ ਦੇ ਦੇਰ ਹੈ, ਅੰਧੇਰ ਨਹੀਂ। ਇੱਕ ਗੱਲ ਦੇਖਿਓ, ਇਹਨਾਂ ਨੇ ਬੇਅਦਬੀ ਕਰਾਈ ਸੀ ਬਾਦਲ ਪਰਿਵਾਰ ਨੇ। ਅੱਜ ਬਾਦਲ ਪਰਿਵਾਰ ਦੇ ਹਾਲਾਤ ਵੇਖ ਲਓ ਕੀ ਹੈ। ਲੋਕ ਹਲਕੇ 'ਚ, ਪਿੰਡਾਂ 'ਚ ਇਹ ਡਰ ਕੇ ਜਾਂਦੇ ਹੀ ਨਹੀਂ ਕੰਪੇਨ ਕਰਨ, ਕਨਵੈਸਿੰਗ ਕਰਨ। ਉਹ ਤਾਂ ਕਹਿੰਦੇ ਆ ਕਿ ਜਿਹਨੇ ਬੇਅਦਬੀ ਕਰਾਈ ਉਹਦਾ ਕੱਖ ਨਾ ਰਹੇ, ਤੇ ਫਿਰ ਰਿਹਾ ਨਹੀਂ, ਉਹਨਾਂ ਦਾ ਆਪਦਾ ਹੀ ਨਹੀਂ ਰਿਹਾ। ਤੁਸੀਂ ਅੱਜ ਦੇਖੋ ਕਿੱਥੇ ਅਕਾਲੀ ਦਲ ਕਿੰਨੀ ਸਟਰੋਂਗ ਪਾਰਟੀ ਸੀ ਤੇ ਅੱਜ ਲੜਾਈ 'ਚ ਵੀ ਹੈ ਨਹੀਂ, ਤੀਜੇ ਨੰਬਰ ਤੇ ਹੈ। ਉਸੇ ਤਰ੍ਹਾਂ ਕੈਪਟਨ ਸਾਹਿਬ ਦਾ ਦੇਖ ਲਓ। ਤੁਹਾਡੇ ਹਲਕੇ 'ਚ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ? ਬੀਬੀ ਬਲਜਿੰਦਰ ਕੌਰ ਨੂੰ ਕੈਂਡੀਡੇਟ ਸਟਰੋਂਗ ਮੰਨਦੇ ਹੋ, ਜੀਤਮਿੰਦਰ ਸਿੱਧੂ ਨੂੰ ਸਟਰੋਂਗ ਮੰਨਦੇ ਹੋ? ਮੈਂ ਤਾਂ ਜੀ ਦੋਨਾਂ ਨੂੰ ਨਹੀਂ ਮੰਨਦਾ। ਇਹਨਾਂ ਦੋਨਾਂ ਦਾ ਦੂਜੇ ਤੇ ਤੀਜੇ ਨੰਬਰ ਦਾ ਮੁਕਾਬਲਾ ਹੈ। ਮੇਰੇ ਹਿਸਾਬ ਨਾਲ ਇਹ ਦੋਨੋਂ ਲੀਡਰਸ ਆਪਦੀ ਜਿਹੜੀ ਇਮੇਜ ਹੈ ਨਾ, ਉਹਨੂੰ ਇਹ ਗਵਾ ਚੁੱਕੇ ਹੈ। ਤੁਸੀਂ ਪਿਛਲੇ 20 ਸਾਲਾਂ ਤੋਂ ਨਿਗਾਹ ਮਾਰ ਕੇ ਵੇਖ ਲਓ। ਮੈਂ ਤਾਂ ਪਿੰਡਾਂ ਜਾ ਕੇ ਵੀ ਇਹੀ ਗੱਲ ਰੱਖਦਾ। ਮੈਂ ਤਾਂ ਕੱਲ ਵੀ ਰੱਖੀ ਹੈ ਵੀ 2002 ਤੋਂ ਲੈ ਕੇ ਅੱਜ ਤੱਕ 3 ਵਾਰੀ ਇਹ ਬਣਿਆ ਜੀਤਮਿੰਦਰ MLA, 1 ਵਾਰੀ ਪਿਛਲੀ ਵਾਰੀ ਬੀਬੀ ਬਣੀ। ਕੋਈ ਇਹਨਾਂ ਨੇ ਸਿੰਗਲ ਕੰਮ ਹਲਕੇ ਦਾ ਕਰਵਾਇਆ ਹੋਵੇ? ਕੋਈ ਸਿੰਗਲ ਕੰਮ। ਜਿੰਨੇ ਕੰਮ ਕੀਤੇ ਆ ਪੁੱਠੇ ਹੀ ਕੀਤੇ ਆ ਜੀਤਮਿੰਦਰ ਨੇ। ਤੁਸੀਂ ਇਹ ਦੇਖ ਲਓ, ਮੈਂ ਕਹਿੰਦਾ ਪਰਚਿਆਂ ਦੀ ਇਹਨੇ ਧੜੀ ਲਾਤੀ। ਇਹਨੂੰ ਥੋੜਾ ਜਿਹਾ ਟਾਈਮ ਮਿਲਿਆ ਸੀ ਜਦੋਂ ਅਕਾਲੀ ਦਲ 'ਚ ਗਿਆ, 2 ਸਾਲ ਤੱਕ 'ਚ ਰਿਹਾ। ਇਹਨੇ ਜੀ ਕੋਈ ਪਿੰਡ ਨਹੀਂ ਛੱਡਿਆ, ਕੋਈ ਸ਼ਹਿਰ ਨਹੀਂ ਛੱਡਿਆ ਜਿੱਥੇ ਨੇ ਗਰੁੱਪ ਨਹੀਂ ਬਣਾਏ, ਧੜੇ ਨਹੀਂ ਬਣਾਏ, ਲੋਕ ਆਪਸ 'ਚ ਨਹੀਂ ਲੜਾਏ, ਪਰਚੇ ਨਹੀਂ ਕਰਾਏ। ਇਹ ਤਾਂ ਗੋਰਿਆਂ ਵਰਗਾ, ਬ੍ਰਿਟਿਸ਼ ਵਰਗਾ ਡਿਵਾਈਡ ਐਂਡ ਰੂਲ। ਪਰਿਵਾਰ 'ਚ ਲੜਾ ਦਿਓ ਦੋਨੇ ਭਰਾਵਾਂ ਨੂੰ, ਇੱਕ ਤੋਂ ਮਦਦ ਲੈ ਲਓ, ਦੂਜੇ ਨੂੰ ਠੋਕ ਦਿਓ। ਇਹ ਇਹਦਾ ਸਟਾਈਲ ਸੀ ਫੰਕਸ਼ਨਿੰਗ ਦਾ, ਸਿਆਸਤ ਕਰਨ ਦਾ, ਜਿਹਦੇ ਕਰਕੇ ਅੱਜ ਇਹਨੂੰ ਹੁਣ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਹਾਲਾਤ ਇਹਦੇ ਇੰਨੇ ਇਸ ਟਾਈਮ ਇਹਦੇ ਖਿਲਾਫ ਨੇ ਜੀਤਮਿੰਦਰ ਦੇ ਕਿ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਹੋਇਆ ਪਿੰਡਾਂ ਜਾਂਦਾ ਸੀ, ਲੋਕ ਮਗਰ ਪੈ ਜਾਂਦੇ ਸੀ ਇਹਦੇ। ਇਹ ਕੰਪੇਨ ਕਰਨ ਜਾਂਦਾ, ਲੋਕ ਮਗਰ ਪੈ ਜਾਂਦੇ। ਇਹਨੂੰ ਇੱਥੋਂ ਤੱਕ ਮਤਲਬ ਇਸ ਵਿਰੋਧ ਤੋਂ ਇੰਨਾ ਡਰ ਗਿਆ ਕਿ ਇਹਨੂੰ ਆਪਦਾ ਜਿਹੜਾ ਬੇਟਾ ਹੈ ਉਹਨੂੰ ਕੰਪੇਨ 'ਚ ਲਿਆਉਣਾ ਪਿਆ ਵੀ ਇਹ ਬੱਚਾ, ਚਲੋ ਇਹਨੂੰ ਲੋਕ ਕੀ ਕਹਿੰਦੇ, ਜਾ ਕੇ ਘੱਟੋ ਘੱਟ ਕੰਪੇਨ ਤਾਂ ਕਰੂ ਪਿੰਡਾਂ ਜਾ ਕੇ। ਤੇ ਦੂਜੀ ਗੱਲ ਸਾਹਿਬ, ਇਹ ਕੋਈ ਕਿਰਦਾਰ ਦਾ ਮਾਲਕ ਹੈ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਇਹ ਸਮਾਜ ਸੇਵੀ ਦੀਆਂ ਗੱਲਾਂ ਕਰਦਾ ਹੈ ਔਰ ਜਦੋਂ ਕਦੇ ਭੋਗ ਹੁੰਦਾ ਹੈ, ਕਦੇ ਫ੍ਰੀ ਦਵਾਈਆਂ ਵੰਡਦਾ ਹੈ। ਕਰੋਨਾ ਕਾਲ ਦੁਨੀਆ ਤੇ ਸਭ ਤੋਂ ਭਾਰੀ ਕਾਲ ਸੀ। ਆਦੇਸ਼ ਹਸਪੀਟਲ ਬਠਿੰਡਾ ਜੀਤਮਿੰਦਰ ਦਾ, ਆਪਾਂ ਸਾਰੇ ਜਾਣਦੇ। ਔਨ ਰਿਕਾਰਡ ਮੈਂ ਕਹਿ ਰਿਹਾ, 10 ਪਿੰਡਾਂ 'ਚ ਤੁਹਾਨੂੰ 4-5 ਬੰਦੇ ਹਰੇਕ 10ਵੇਂ ਪਿੰਡ 'ਚ ਮਿਲ ਜਾਣਗੇ ਜਿਹੜੇ ਤੁਹਾਨੂੰ ਆਪ ਮੂੰਹੋਂ ਕਹਾਣੀ ਸੁਣਾਉਣਗੇ ਕਿ ਅਸੀਂ ਆਦੇਸ਼ 'ਚ ਗਏ ਕਰੋਨਾ 'ਚ, ਸਾਡੇ ਫਾਦਰ ਦੀ ਜਾਂ ਸਾਡੇ ਮਦਰ ਦੀ। ਈਵਨ ਇੱਕ ਪਿੰਡ ਹੈ ਜੇ ਮੈਂ ਚ ਕਹੂੰਗੇ ਤੁਹਾਨੂੰ ਔਨ ਰਿਕਾਰਡ ਮੈਂ ਮਿਲਾ ਸਕਦਾ, ਛੋਟੇ ਛੋਟੇ ਬੱਚੇ, ਉਹਨਾਂ ਦੇ ਮਾਂ-ਬਾਪ ਦੋਨੋਂ ਮਰ ਗਏ। ਇਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਨਹੀਂ ਚੱਕਣ ਦਿੱਤੀਆਂ ਜੋ ਤੱਕ ਉਹਨਾਂ ਨੇ 2.5 ਲੱਖ ਰੁਪਇਆ ਬਿੱਲ ਨਹੀਂ ਦਿੱਤਾ। ਇਹ ਸਮਾਜ ਸੇਵੀ ਦੀਆਂ ਗੱਲਾਂ ਕਰਦਾ। ਇਹਨੇ ਲਾਸ਼ਾਂ ਦੇ ਸੌਦੇ ਕੀਤੇ ਕਰੋਨਾ 'ਚ ਆਦੇਸ਼ ਹਸਪਤਾਲ 'ਚ। ਜੇ ਸਹੀ ਇਹ ਸਮਾਜ ਸੇਵੀ ਸੀ, ਉਦੋਂ ਕਹਿ ਦਿੰਦਾ ਵੀ ਹਲਕਾ ਤਲਵੰਡੀ ਸਾਬੋ ਤੋਂ ਬਈ ਜਦੋਂ ਕਿਸੇ ਦੀ ਮੌਤ ਹੋ ਗਈ ਸਾਰੇ ਬਿੱਲ ਮਾਫ, ਮੈਂ ਨਹੀਂ 1 ਪੈਸਾ ਲੈਂਦਾ। ਇਹਨੇ ਜੀ ਕਈ ਦਿਨ ਮੇਰੇ ਹਲਕੇ ਦੇ ਬਹੁਤ ਐਸੇ ਮ੍ਰਿਤਕ ਨੇ ਕਰੋਨਾ ਕਾਲ ਵਿੱਚ ਜਿਨ੍ਹਾਂ ਦੀਆਂ ਕਈ ਦਿਨ ਲਾਸ਼ਾਂ ਆਦੇਸ਼ ਹਸਪਤਾਲ 'ਚ ਪਈਆਂ ਰਹੀਆਂ। ਇਹਨਾਂ ਨੇ ਕ੍ਰੀਮੇਟ ਕਰਨ ਲਈ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਉਹਨਾਂ ਦੇ ਸਰੀਰ ਨਹੀਂ ਦਿੱਤੇ, ਬੋਡੀ ਨਹੀਂ ਦਿੱਤੀ, ਜਦੋਂ ਤੱਕ 2-2, 4-4, 5-5 ਲੱਖ ਰੁਪਇਆ ਬਿੱਲ ਨਹੀਂ ਦਿੱਤਾ। ਔਰ ਇਹ ਜੇ ਪਿੰਡ ਹੈ, ਮਾਨ ਵਾਲਾ ਪਿੰਡ ਹੈ, ਹੋਰ ਵੀ ਕਈ ਪਿੰਡ ਹੈ ਜਿੱਥੇ ਇੱਕ ਗਰੀਬ ਬਾਪ ਦੀ ਡੈਥ ਹੋ ਗਈ ਔਰ ਅਖੀਰ ਨੂੰ 2.5 ਲੱਖ ਰੁਪਇਆ ਉਹਦੇ ਬੱਚਿਆਂ ਨੂੰ ਪਿੰਡ ਨੇ ਇਕੱਠਾ ਕਰਕੇ ਕੀਤਾ ਵੀ ਯਾਰ ਜਾਓ ਪੈਸੇ ਦੇ ਦਿਓ ਇਹਨੂੰ, ਜਾ ਕੇ ਦੇ ਮੱਥੇ ਮਾਰੋ ਤੇ ਲਿਆ ਕੇ ਆਪਾਂ ਉਹਦਾ ਸੰਸਕਾਰ ਕਰ ਸਕੀਏ। ਇਹ ਕਿਰਦਾਰ ਹੈ ਇਹਦਾ, ਇਹ ਕਿਰਦਾਰ ਹੈ। ਹੁਣ ਕਹਿੰਦੇ ਵੀ ਇਹ ਮਸ਼ਹੂਰ ਹੈ ਇਹਦੀ ਗੱਲ। ਇਹਨੇ ਔਨ ਏਅਰ ਵੀ ਇੱਕ ਵਾਰੀ ਕਿਹਾ ਸੀਗਾ, ਕਹਿੰਦਾ ਵੀ ਇਹਨੂੰ ਪ੍ਰੈਸ ਵਾਲੇ ਪੁੱਛਣ ਲੱਗ ਗਏ, ਕਿਸੇ ਇੰਟਰਵਿਊ ਪੁਰਾਣੀ ਹੈ, ਮੈਂ ਤੁਹਾਨੂੰ ਸ਼ੇਅਰ ਵੀ ਕਰ ਸਕਦਾ। ਉਹ ਕਹਿੰਦੇ ਵੀ ਤੂੰ ਮਤਲਬ ਹਲਕੇ 'ਚ ਤਾਂ ਬਿਲਕੁਲ ਪ੍ਰੈਜ਼ੈਂਟ ਨਹੀਂ ਰਹਿੰਦਾ, ਵੀ ਇਲੈਕਸ਼ਨ 'ਚ ਕੀ ਜਾਦੂ ਕਰਦੇ ਹੋ ਜਾ ਕੇ? ਉਹ ਕਹਿੰਦਾ ਇਸ ਵਾਰ ਵੀ ਕਰੂੰਗਾ। ਉਹ ਕਹਿੰਦੇ ਕੀ ਕਰੂੰਗਾ? ਕਹਿੰਦਾ ਜੀ ਮੇਰੇ ਕੋਲ ਇੱਕ ਗਿੱਦੜ ਸਿੰਘੀ ਹੈ। ਅੱਛਾ। ਕਹਿੰਦਾ ਉਹ ਜਾ ਕੇ ਜਦੋਂ ਮੈਂ ਚਲਾਉਣੀ ਹੈ ਹਲਕੇ 'ਚ ਤੇ ਮੈਂ 15 ਦਿਨਾਂ 'ਚ ਇਲੈਕਸ਼ਨ ਕੱਢ ਕੇ ਵਾਪਸ ਆ ਜਾਣਾ। ਉਹ ਗਿੱਦੜ ਸਿੰਘੀ ਕੀ ਹੈ? ਉਹ ਗਿੱਦੜ ਸਿੰਘੀ ਜਿਹੜੀ ਇਹਨੇ ਕਰੋਨੇ 'ਚ ਬਣਾਈ ਹੈ ਲੋਕਾਂ ਤੋਂ। ਇੰਨਾ ਇਹਨੂੰ ਮਾਣ ਹੈ ਪੈਸੇ ਦਾ, ਔਰ ਹੋਵੇ ਵੀ ਕਿਉਂ ਨਾ ਜੀ। ਇਹਨੇ 200 ਕਰੋੜ ਦੀ ਠੱਗੀ ਮਾਰੀ ਹੈ, ਸਾਰੀ ਦੁਨੀਆ ਜਾਣਦੀ ਹੈ। ਅੱਜ ਵੀ ਇਹ CBI ਦਾ
ਕਨਵਿਕਟ ਹੈ, ਅੰਡਰ ਟ੍ਰਾਇਲ ਹੈ ਸੀਬੀਆਈ ਦਾ। ਔਰ ਇੱਕ ਸਟੇਟ ਲੀਡਰ ਸੀਬੀਆਈ ਦਾ ਮੁਲਜ਼ਮ ਹੋਵੇ, ਇਹ ਤੁਸੀਂ ਗੱਲ ਸਮਝ ਸਕਦੇ ਹੋ ਵੀ ਕਿੰਨੀ ਡੀਪ ਹੈ। ਆਮ ਤੌਰ ਤੇ ਸੀਬੀਆਈ ਵੱਡੇ ਵੱਡੇ ਮਗਰਮੱਛਾਂ ਨੂੰ ਨੈਸ਼ਨਲ ਲੈਵਲ ਤੇ ਹੱਥ ਪਾਉਂਦੀ ਹੈ ਜਾਂ ਨੈਸ਼ਨਲ ਲੀਡਰਸ ਨੂੰ ਹੱਥ ਪਾਉਂਦੀ ਹੈ। ਮੈਨੂੰ ਲੱਗਦਾ ਇਹ ਪਹਿਲਾ ਸਟੇਟ ਲੀਡਰ ਹੋਣਾ, ਇੱਕ ਸਿੰਪਲ ਐਮਐਲਏ ਜਿਹੜਾ ਸੀਬੀਆਈ ਦੇ ਠੱਗੀ ਦੇ ਧੋਖਾਧੜੀ ਦੇ 420 ਦੇ ਪਰਚੇ 'ਚ ਨਾਮਜ਼ਦ ਹੈ। ਅੱਜ ਵੀ ਅੰਡਰ ਟ੍ਰਾਇਲ ਹੈ, ਇਹਨੂੰ ਕਦੇ ਵੀ ਸਜ਼ਾ ਹੋ ਸਕਦੀ ਹੈ। 200 ਕਰੋੜ ਰੁਪਈਆ ਨੇ ਖਾਧਾ, ਤੇ ਜਿਹਨੇ 200 ਕਰੋੜ ਦੀ ਠੱਗੀ ਮਾਰੀ ਹੋਵੇ ਜੇ 5-10 ਕਰੋੜ ਲਾ ਵੀ ਦਊਗਾ, ਕੀ ਗੱਲ ਇਹਦੇ ਵਾਸਤੇ? ਕੋਈ ਗੱਲ ਹੀ ਨਹੀਂ। ਪਰ ਲੋਕ, ਤੁਹਾਨੂੰ ਇਸ ਗੱਲ ਦਾ ਡਰ ਹੈ ਨਾ ਇਹ ਪੈਸੇ ਦੀ ਫਾਈਟ 'ਚ ਨਹੀਂ ਬਿਲਕੁਲ ਨਹੀਂ ਡਰ। ਜੇ ਇਹਦਾ ਪੈਸਾ ਚੱਲਦਾ ਹੁੰਦਾ ਪਿਛਲੀ ਵਾਰੀ ਨਾ ਜਿੱਤ ਜਾਂਦਾ। ਬਿਲਕੁਲ ਨਹੀਂ, ਲੋਕ ਇਹਨੂੰ ਪਛਾਣੀ ਖੜੇ ਆ ਔਰ ਲੋਕ ਇਹਨੂੰ ਅੱਜ ਤੋਂ ਬਾਅਦ ਇਸ ਹਲਕੇ ਦੇ ਜਿਹੜੇ ਵੋਟਰਸ ਆ ਬੜੇ ਸੂਝਵਾਨ ਨੇ, ਉਹਨਾਂ ਨੂੰ ਪਤਾ ਹੈ ਇਕੱਲਾ ਵਰਤਨ ਜਾਣਦਾ। ਮੁਕਾਬਲਾ ਜੀਤ ਮਹਿੰਦਰ ਨਾਲ ਹੈ ਤੁਹਾਡਾ? ਬਿਲਕੁਲ ਨਹੀਂ ਜੀ, ਮੈਂ ਤਾਂ ਕਹਿ ਰਿਹਾ ਇਹ ਦੋਨੋਂ ਬਹੁਤ ਪਛੜ ਗਏ ਨੇ, ਇਹਨਾਂ ਦਾ ਆਪਸ ਮੁਕਾਬਲਾ। ਬਲਜਿੰਦਰ ਕੌਰ ਦਾ ਤਾਂ ਕਿਹਾ ਜਾਂਦਾ ਹੈ ਕਿ ਉਹ ਪਾਰਟੀ 'ਚ ਸੀਐਮ ਚਿਹਰੇ ਦੀ ਦਾਅਵੇਦਾਰੀ ਪੇਸ਼ ਕਰ ਰਹੇ ਸੀਗੇ। ਸਾਹਿਬ ਇਹ ਤਾਂ ਇੱਕ ਸਟਾਈਲ ਹੈ ਇਹਨਾਂ ਦਾ ਵੋਟਾਂ ਲੈਣ ਦਾ। ਬਲਜਿੰਦਰ ਕੌਰ ਤੇ ਉਹਦੇ ਫਾਦਰ ਨੇ ਦਰਸ਼ਨ ਸਿੰਘ, ਉਹ ਵੀ ਪੁਰਾਣਾ ਹੈ, ਉਹਨੂੰ ਪਤਾ ਹੈ ਵੀ ਵੋਟਾਂ ਕਿਵੇਂ ਲੈਣੀਆਂ। ਪਿਛਲੀ ਵਾਰ ਇਹਨਾਂ ਨੇ 2017 ਦੀਆਂ ਚੋਣਾਂ ਸੀ, ਉਦੋਂ ਇਹਨਾਂ ਨੇ ਇਹਨੂੰ ਡਿਪਟੀ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਵੀ ਬਲਜਿੰਦਰ ਕੌਰ। ਇਹਨਾਂ ਨੇ ਇੱਕ ਝੂਠੇ ਜਿਹੇ ਪੋਸਟਰ ਲਾਤੇ ਸਾਡੇ ਸਾਰੇ ਹਲਕੇ 'ਚ। ਇੱਕ ਸੀ ਸਰਵੇ ਕਹਿੰਦੇ ਆਇਆ, ਉਹਦੇ 'ਚ ਆਮ ਆਦਮੀ ਨੂੰ 100 ਤੋਂ ਵੱਧ ਸੀਟਾਂ ਆ ਰਹੀਆਂ। ਦੇਖੋ ਸਾਡਾ ਹਲਕਾ ਥੋੜੇ ਜਿਹੇ ਸਾਡੇ ਸਿੱਧੇ ਲੋਕ ਆ, ਭੋਲੇ, ਉਹ ਵਾਕਈ ਮਗਰ ਲੱਗ ਗਏ ਕਿ 100 ਤੋਂ ਵੱਧ ਸੀਟਾਂ ਆ ਰਹੀਆਂ, ਸਰਕਾਰ ਬਣ ਜਾਣੀ ਹੈ, ਕੁੜੀ ਨੂੰ ਆਪਾਂ ਆਪਣੇ ਪਿੰਡਾਂ ਦੀਆਂ ਨੂੰ ਵੋਟ ਪਾ ਦਈਏ, ਡਿਪਟੀ ਸੀਐਮ ਬਣੂਗੀ, ਕੰਮ ਕਰਾਵਾਂਗੇ। ਤੇ ਸੀਟਾਂ ਆਈਆਂ 18। ਉਹ ਲੋਕਾਂ ਨੂੰ ਪਤਾ ਲੱਗ ਗਿਆ ਉਹ ਛੜਯੰਤਰ ਦਾ। ਤੇ ਇਸ ਵਾਰ ਇਹਨਾਂ ਨੇ ਜਦੋਂ ਗੱਲ ਕੀਤੀ ਵੀ ਐਤਕੀ ਫੇਰ ਆਮ ਆਦਮੀ ਦੀ ਸਰਕਾਰ ਆਊਗੀ ਤੇ ਬੀਬੀ ਬਣੂਗੀ ਮੁੱਖ ਮੰਤਰੀ, ਆਪਾਂ ਵੋਟਾਂ ਪਾਈਏ, ਲੋਕ ਜੁੱਤੀਆਂ ਲੈ ਕੇ ਇਹਨਾਂ ਦੇ ਮਗਰ ਪੈ ਗਏ। ਕਹਿੰਦੇ ਤੁਸੀਂ ਪਿਛਲੀ ਵਾਰੀ ਬੇਵਕੂਫ ਬਣਾ ਲਿਆ, ਐਤਕੀ ਨਾ ਬਣਾਓ, ਤੁਸੀਂ ਸਾਡਾ ਬਹੁਤ ਨੁਕਸਾਨ ਕਰਾਤਾ। ਔਰ ਹੋਇਆ ਬੀਬੀ ਜੀ ਨੇ ਕੋਈ ਸਿੰਗਲ ਕੰਮ ਦੱਸ ਦਿਓ ਹਲਕੇ 'ਚ ਕੀਤਾ ਹੋਵੇ, ਕੋਈ ਸਿੰਗਲ ਕੰਮ। ਲੋਕ ਇੱਥੋਂ ਤੱਕ, ਟਾਣਾ ਸਾਹਿਬ ਰਿਫਾਈਨਰੀ ਦਾ ਬਹੁਤ ਰੌਲਾ ਹੈ, ਕਹਿੰਦੇ ਗੁੰਡਾ ਟੈਕਸ ਲਿਆ ਜਾਂਦਾ ਹੈ। ਇੱਕ ਬਠਿੰਡੇ ਦੇ ਵੱਡੇ ਕਾਂਗਰਸੀ ਲੀਡਰ ਦਾ ਨਾਮ ਆਉਂਦਾ ਹੈ, ਕਦੇ ਕਹਿ ਦਿੰਦੇ ਆ ਕਿ ਉੱਥੇ ਲੋਕਲ ਲੀਡਰ ਲੈ ਰਹੇ ਆ। ਦੱਸੋ ਕਿ ਲਿਆ ਜਾ ਰਿਹਾ ਕਿ ਨਹੀਂ ਲਿਆ ਜਾ ਰਿਹਾ, ਸੱਚ ਦੱਸਿਓ। ਪਹਿਲਾਂ ਤਾਂ ਤੁਸੀਂ ਸੱਚ ਦੱਸੋ ਵੀ ਰਾਮੇ ਤੁਹਾਨੂੰ ਕੱਲ ਕੀ ਕਿਹਾ ਲੋਕਾਂ ਨੇ ਵੀ ਕੌਣ ਲੈਂਦਾ ਗੁੰਡਾ ਟੈਕਸ? ਉਹ ਤਾਂ ਲੋਕ ਦੇਖ ਲੈਣਗੇ ਜਿਹੜਾ ਸ਼ੋਅ ਚੱਲਿਆ। ਜਿਹੜਾ ਗੁੰਡਾ ਟੈਕਸ ਹੈ, ਹੁਣ ਸਿਟਿੰਗ ਐਮਐਲਏ ਸਾਡੀ, ਮੈਂ ਕਹਿਣਾ ਨਹੀਂ ਚਾਹੁੰਦਾ, ਬਲਜਿੰਦਰ ਕੌਰ ਹੈ, ਸਾਰਾ ਹਲਕਾ ਜਾਣਦਾ ਇਹਨੂੰ। ਇਹ ਕਿਵੇਂ ਹੋ ਸਕਦਾ? ਸਰਕਾਰ ਤੁਹਾਡੀ ਹੋਵੇ, ਪ੍ਰਭਾਵ ਤੁਹਾਡਾ ਹੋਵੇ, ਡੀਸੀ ਤੁਹਾਡੀ ਸੁਣਦੇ ਹੋਣ, ਐਸਐਸਪੀ ਤੁਹਾਡੀ ਸੁਣਦੇ ਹੋਣ, ਬਠਿੰਡੇ ਦੇ ਵੱਡੇ ਲੀਡਰ ਦੀ ਚੱਲਦੀ ਹੋਵੇ ਇੱਕ। ਬਿਲਕੁਲ ਸਰਕਾਰ ਸਾਡੀ ਹੈ, ਪਰ ਜੇ ਮੇਰੇ ਵਿਰੋਧੀ ਦੀ ਉਹਦੀਆਂ ਬੇਵਕੂਫੀਆਂ ਕਰਕੇ ਮਿੱਟੀ ਪਲੀਤ ਹੋਵੇ, ਮੈਂ ਕਿਉਂ ਰੋਕਾਂ ਜੀ? ਬੈਠੇ ਰਹਿਣ। ਇਹਦਾ ਭਰਾ ਹੈ ਜਿਹੜਾ ਸਕਾ, ਉਹਨੇ ਦਫ਼ਤਰ ਬਣਾਇਆ ਹੋਇਆ ਬਲਜਿੰਦਰ ਕੌਰ ਦਾ, ਸਾਰਾ ਹਲਕਾ ਜਾਣਦਾ। ਕੱਲੇ ਕੱਲੇ ਟਰੱਕ ਨਾਲ ਕਮਿਸ਼ਨ ਕੀਤੇ ਹੋਏ ਆ, ਅੰਦਰ ਸੈਟਿੰਗ ਕੀਤੀ ਅਫਸਰਾਂ ਨਾਲ, ਟਰੱਕ ਪਵਾ ਦਿੰਦੇ, ਉਹ 'ਚ ਵਿੱਚੋਂ ਕਮਿਸ਼ਨ ਲੈ ਲੈਂਦੇ ਆ। ਇਹ ਤਾਂ ਉਹ ਕੰਮ ਕਰਦੇ ਆ। ਐਕਸਪੋਜ਼ ਕਰਦੇ, ਜਾ ਕੇ ਪ੍ਰੂਵ ਕਰਦੇ, ਇਹ ਗੱਲ ਲੋਕਾਂ ਦੇ ਮੂਹਰੇ ਲਿਆਉਂਦੇ। ਮੱਕੜ ਸਾਹਿਬ ਐਕਸਪੋਜ਼ ਤਾਂ ਅਸੀਂ ਅੱਜ ਕਿਉਂ 2 ਸਾਲਾਂ ਤੋਂ ਹੋਏ ਪਏ ਆ। ਲੋਕ ਬੱਚਾ ਬੱਚੀ ਕਹਿੰਦੇ ਆ, ਲੋਕ ਹਲਕੇ ਦਾ ਐਕਸਪੋਜ਼ ਕਰਨ ਦੀ ਕੋਈ ਕਸਰ ਹੈ? ਇਹ ਤਾਂ ਇੱਥੋਂ ਤੱਕ ਹੈ, ਇਹ ਤਾਂ ਇਹਦਾ ਬ੍ਰਦਰ ਹੈ, ਜਿਹੜਾ ਭਰਾ ਹੈ, ਜਿਹੜਾ ਮਤਲਬ ਆ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਫਿਰਦਾ ਰਿਫਾਈਨਰੀ 'ਚ। ਇਹਦੇ ਫਾਦਰ ਦਰਸ਼ਨ ਸਿੰਘ, ਇਹਨਾਂ ਤੇ ਅੱਜ ਵੀ ਪਰਚਾ ਪੈਂਡਿੰਗ ਹੈ। ਪਿੰਡ ਦੇ ਇੱਕ ਸਰਪੰਚ ਉਹਦੇ ਨਾਲ ਰਲ ਕੇ ਇਹਨਾਂ ਨੇ ਡੀਐਸਪੀ ਦੇ ਨਾਂ ਤੇ ਤਲਵੰਡੀ ਸਾਬੋ ਦੇ ਪੈਸੇ ਲੈ ਲਏ। ਉਹ ਗੱਲ ਬਾਅਦ 'ਚ ਜੀ ਤੋਂ ਲਏ ਸੀ, ਉਹ ਵੀ ਔਨ ਰਿਕਾਰਡ ਆ ਗਿਆ, ਡਿਪਟੀ ਡੀਐਸਪੀ ਨੂੰ ਵੀ ਪਤਾ ਲੱਗ ਗਿਆ। ਅੱਜ ਪਰਚੇ 'ਚ ਨਾਮਜ਼ਦ ਹੈ 420 'ਚ ਇਹਨਾਂ ਦਾ ਫਾਦਰ ਦਰਸ਼ਨ ਸਿੰਘ, ਔਨ ਰਿਕਾਰਡ 2 ਸਾਲ ਪਹਿਲਾਂ ਉਹਦਾ ਚਲਾਨ ਵੀ ਪੇਸ਼ ਹੋ ਗਿਆ। ਔਰ ਜਿਹਦਾ ਐਮਐਲਏ ਦਾ ਬਾਪ ਪੁਲਿਸ ਵਾਲਿਆਂ ਦੇ ਨਾਂ ਤੇ ਪੈਸੇ ਲੈਂਦਾ ਹੋਵੇ, ਤੇ ਤੁਸੀਂ ਆਪ ਹਿਸਾਬ ਲਾ ਲਓ ਜੀ ਕਿਸ ਕਿਰਦਾਰ ਦੇ ਮਾਲਕ ਹੈ। ਮੈਂ ਇਹਨਾਂ ਤੇ ਜ਼ਿਆਦਾ ਐਵੇਂ ਚੱਕਰ ਨਹੀਂ ਸਿੱਟਣਾ ਚਾਹੁੰਦਾ। ਲੋਕ, ਪਬਲਿਕ, ਹਲਕਾ ਤਲਵੰਡੀ ਸਾਬੋ ਦੇ ਵੋਟਰ ਇਹਨਾਂ ਦੋਨੇ ਲੀਡਰਾਂ ਦੀ ਅਸਲੀਅਤ ਨੂੰ ਪਹਿਚਾਨ ਚੁੱਕੇ ਹੈ ਤੇ ਪੀਪਲ ਵਿਲ ਨੈਵਰ ਵੋਟ ਫॉर them। ਕਦੇ ਵੀ ਵੋਟਰਸ ਹਲਕਾ ਤਲਵੰਡੀ ਸਾਬੋ ਦੇ ਲੋਕ ਇਹਨਾਂ ਦੋਨੇ ਲੀਡਰਾਂ ਨੂੰ ਵੋਟ ਨਹੀਂ ਪਾਉਣਗੇ। ਇਹ ਮੇਰੀ ਗੱਲ ਅੱਜ ਵਾਲੀ ਯਾਦ ਰੱਖਿਓ। ਆਉਣ ਵਾਲਾ ਜਿਹੜਾ 14 ਫਰਵਰੀ ਨੂੰ ਜਿਹੜਾ ਇਲੈਕਸ਼ਨ ਦਾ ਜਿਸ ਦਿਨ ਵੋਟਾਂ ਪੈਣੀਆਂ ਔਰ 10 ਮਾਰਚ ਨੂੰ ਇਹ ਰਿਜ਼ਲਟ ਤੁਹਾਡੇ ਸਾਹਮਣੇ ਆਊਗਾ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸਿਮਰਨ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਔਨ 에ਅਰ। ਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ, ਜੈ ਕਾਂਗਰਸ। ਟਿਕਟ ਅਨਾਉਂਸ ਹੋਣੀ ਹੈ, ਲਿਸਟ ਇੱਕ ਅੱਧੇ ਦਿਨ 'ਚ ਕਾਂਗਰਸ ਪਾਰਟੀ ਦੀ ਪਹਿਲੀ ਲਿਸਟ 60 ਤੋਂ 70 ਦੀ ਜੋ ਸਾਡੇ ਤੱਕ ਇਨਫੋਰਮੇਸ਼ਨ ਆ ਰਹੀ ਹੈ,
ਦੇਖਦੇ ਹਾਂ ਤਲਵੰਡੀ ਸਾਬੋ ਦੇ ਵਿੱਚ ਕਿਸ ਦੀ ਕਿਸਮਤ ਅਜ਼ਮਾਈ ਜਾਊਗੀ। ਇਸ ਪੇਸ਼ਕਸ਼ 'ਚ ਨੇ ਇਜਾਜ਼ਤ।